ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖ ਦੀਆਂ ਖਬਰਾਂ ਦੇ ਸਾਡੇ ਇਸ ਸੈਗਮੈਂਟ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਮੇਰੇ ਨਾਲ जुड़े हुए ने जी परममीत जी चंडीगढ़ तो सीपी जी चंडीगढ़ तो। स्वागत है जी तुहाडा भख ਦੀਆਂ खबरां विच। थैंक यू जी। नाल ही शबदीश जी भी मोहाली तो साडे नाल जुड़े हुए हैं। शबदीश जी तुहाडा भी स्वागत है जी। थैंक यू जी, थैंक यू। ਅੱਜ ਦੀ ਜਿਹੜੀ ਅਸੀਂ ਗੱਲਬਾਤ ਹੈ ਉਹ ਗੱਲਬਾਤ ਸ਼ੁਰੂ ਕਰਾਂਗੇ ਪੰਜਾਬ ਤੋਂ। ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਨਵੀਂ ਸਰਕਾਰ ਦੀ ਗੱਲ ਕਰਦੇ ਹਾਂ, ਤੇ ਅਸੀਂ ਦੇਖਦੇ ਹਾਂ ਕਿ ਨਵੀਂ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਆਪਣੀ ਮੈਨੀਫੈਸਟੋ ਦੇ ਵਿੱਚ ਜਾਂ ਲੋਕਾਂ ਨਾਲ ਵੈਸੇ ਸਭਾਵਾਂ ਦੇ ਵਿੱਚ, ਕੀ ਸਰਕਾਰ ਉਹਨਾਂ ਦੇ ਉੱਪਰ ਕੰਮ ਕਰਨ ਲੱਗ ਪਈ ਹੈ ਜਾਂ ਕਿਸ ਤਰੀਕੇ ਦੀ ਸਟ੍ਰੈਟਜੀ ਜਿਹੜੀ ਹੈਗੀ ਸਰਕਾਰ ਅਪਣਾ ਰਹੀ ਹੈ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ। ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਰਾਜ ਸੀ, ਸਾਨੂੰ ਸਭ ਨੂੰ ਪਤਾ ਕਿ 2-3 ਮੁੱਦੇ ਜਿਹੜੇ ਬਹੁਤ ਅਹਿਮ ਸੀ ਜਿਨ੍ਹਾਂ ਦੇ ਉੱਪਰ ਹਰ ਪਾਰਟੀ ਜਿਹੜੀ ਉਸ ਵੇਲੇ ਵਿਰੋਧੀ ਪਾਰਟੀ ਸੀ ਉਹਨਾਂ ਨੂੰ ਇਸਤੇਮਾਲ ਕਰਦੀ ਰਹੀ ਹੈ ਵੋਟਾਂ ਦੇ ਵਿੱਚ ਕਨਵਰਟ ਕਰਨ ਵਾਸਤੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ। ਮੁੱਦਿਆਂ ਦੇ ਵਿੱਚੋਂ ਜੇ ਆਪਾਂ ਕਿਸਾਨੀ ਵਾਲਾ ਮੁੱਦਾ ਕਹੀਏ ਉਹਦੇ ਉੱਪਰ ਵੀ ਕਾਫੀ ਕੁਛ ਹੋ ਰਿਹਾ, ਚੰਗਾ ਮਾੜਾ ਦੋਨੋਂ ਤਰੀਕੇ ਦੇ ਨਾਲ ਹੀ ਉਹਦੇ ਵਿੱਚੋਂ ਰਿਐਕਸ਼ਨ ਵੀ ਆ ਰਹੇ ਨੇ। ਇਹ दूसरा मुद्दा जिहड़ा सी श्री गुरु ग्रंथ साहब जी की बेअदबी नूं लैके सी, जिहदे उपर कांग्रेस सरकार वालों अजे तक कोई भी टिप्पणी तक नहीं की गई, जिन्हों अजे तक कांग्रेस सरकार शायद छेड़ना ही नहीं चाहती, क्योंकि कॉन्ट्रोवर्सी के उपरों बचण की कोशिश कर रही है और दूसरे मुद्दों के उपर काम करने की कोशिश कर रही है। तीसरा एक बहुत बड़ा मुद्दा सी जिहड़ा मेरा ख्याल है सब तो ਵੱਡਾ ਅਕਾਲੀਆਂ ਦੀ ਹਾਰ ਦਾ ਕਾਰਨ ਵੀ ਆਪਾਂ ਮੰਨ ਸਕਦੇ ਹਾਂ। ਅਗਰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਦੇਖੀਏ ਤਾਂ ਉਹ ਸੀ ਪੰਜਾਬ ਦੇ ਵਿੱਚ ਡਰੱਗ, ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਹੁਤ ਬੁਰੇ ਤਰੀਕੇ ਦੇ ਨਾਲ ਫੈਲ ਚੁੱਕਿਆ, ਔਰ ਉਸ ਨਸ਼ੇ ਦਾ ਸਿੱਧਾ ਜਿਹੜਾ ਕਨੈਕਸ਼ਨ ਹੈ ਜਾਂ ਸਿੱਧਾ ਸੰਬੰਧ ਹੈ ਉਹ ਵਿਰੋਧੀ ਪਾਰਟੀ ਚਾਹੇ ਕਾਂਗਰਸ ਸੀ ਚਾਹੇ ਆਮ ਆਦਮੀ ਪਾਰਟੀ ਸੀ, ਉਹ ਉਸ ਵੇਲੇ ਦੀ ਮੌਜੂਦਾ ਸਰਕਾਰ ਜਿਹੜੀ ਉਹਦੇ ਨਾਲ ਜੋੜਦੇ ਰਹੀ। ਆਪਾਂ ਜਿਸ ਦਾ ਕੀਤ ਬਿਕਰਮਜੀਤ ਸਿੰਘ ਮਜੀਠੀਏ ਦੇ ਨਾਲ ਡਰੱਗ ਰੈਕਟ ਨੂੰ ਜੋੜਦੇ ਰਹੇ ਨੇ ਜੀ। ਕਾਂਗਰਸ ਨੇ ਵੀ ਵਾਅਦਾ ਕੀਤਾ ਸੀ ਕਿ 1 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨੈਕਸਸ ਹੈ, ਜਿਹੜਾ ਇਹ ਡਰੱਗ ਰੈਕਟ ਚੱਲਦਾ, ਇਹਦਾ ਜਿਹੜਾ ਪੂਰਾ ਤਾਣਾ ਬਾਣਾ ਆ ਉਸ ਤਾਣੇ ਬਾਣੇ ਨੂੰ ਜਿਹੜਾ ਤੋੜ ਦਿੱਤਾ ਜਾਊਗਾ। ਤੇ ਉਹਦੇ ਉੱਪਰ ਕੰਮ ਕਰਨ ਵਾਸਤੇ ਕੈਪਟਨ ਸਾਹਿਬ ਨੇ ਪਹਿਲੇ ਹੀ ਦਿਨ ਜਿਹੜੀ ਹੈਗੀ ਉਹ STF ਬਣਾਉਣ ਦੀ ਸਪੈਸ਼ਲ ਟਾਸਕ ਫੋਰਸ ਜਿਹੜੀ ਆ ਬਣਾਉਣ ਦੀ ਗੱਲ ਕੀਤੀ ਸੀ। ਮਿਸਟਰ ਸਿੱਧੂ ਨੂੰ ਜਿਹੜਾ ਹੈ ਉਹ ਸਪੈਸ਼ਲੀ ਜਿਹੜਾ ਹੈ ਉਹ ਵਾਪਸ ਪੰਜਾਬ ਬੁਲਾਇਆ ਗਿਆ ਇਹਦਾ ਹੈੱਡ ਬਣਾ ਕੇ, ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਜਿਹੜੇ ਤੰਤਰ ਨੂੰ ਤੋੜਿਆ ਜਾਵੇ। ਜੇ ਆਪਾਂ ਗੱਲ ਕਰੀਏ ਤਾਂ 31 ਮਾਰਚ ਤੱਕ ਜਿਹੜੀ ਰਿਪੋਰਟ ਆਈ ਹੈ ਔਰ ਜਿਹੜਾ ਕੈਪਟਨ ਸਾਹਿਬ ਦੇ ਅਗਰ ਬਿਆਨਾਂ ਨੂੰ ਅਸੀਂ ਮੱਦੇ ਨਜ਼ਰ ਰੱਖ ਕੇ ਗੱਲ ਕਰੀਏ ਤਾਂ ਜਿਹੜੀ ਉਹਨਾਂ ਨੇ ਇੱਕ ਹੈਲਪਲਾਈਨ ਸ਼ੁਰੂ ਕੀਤੀ ਸੀ 118, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਗਰ ਕਿਸੇ ਨੂੰ ਕਿਸੇ ਦੇ ਨਸ਼ਾ ਤਸਕਰ ਹੋਣ ਦਾ ਪਤਾ ਲੱਗਦਾ ਜਾਂ ਕਿਸੇ ਦਾ ਵੀ ਜਿਹੜਾ ਨਸ਼ੇ ਦੇ ਨਾਲ ਕਾਰੋਬਾਰ ਦੇ ਵਿੱਚ ਇਨਵੋਲਵ ਆ ਉਹਦੀ ਸਾਨੂੰ ਜਾਣਕਾਰੀ ਦਿਓ। ਤਾਂ ਉਹਦੇ ਵਿੱਚ ਕੈਪਟਨ ਸਾਹਿਬ ਦਾ ਕਹਿਣਾ ਕਿ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ। ਪਹਿਲੇ 48 ਘੰਟਿਆਂ ਦੇ ਵਿੱਚ ਕਰੀਬ 250 ਕਾਲ ਜਿਹੜੀ ਆ ਉਹ ਸਰਕਾਰ ਨੂੰ ਆਈ ਆ ਉਸ ਨੰਬਰ ਦੇ ਉੱਪਰ, ਜਿਹਦੇ ਵਿੱਚ ਲੋਕਾਂ ਨੇ ਸਰਕਾਰ ਨੂੰ ਜਿਹੜਾ ਜਾਣਕਾਰੀ ਦਿੱਤੀ ਹੈ, ਟਿਪ ਦਿੱਤੀ ਹੈ ਕਿ ਕੌਣ ਜਿਹੜਾ ਹੈ ਇਹਦੇ ਵਿੱਚ ਇਨਵੋਲਵ ਹੈ ਜਾਂ ਕਿਹੜੇ ਲੋਕ ਕਿਹੜੇ ਇਲਾਕੇ ਦੇ ਵਿੱਚ ਐਕਟਿਵਲੀ ਜਿਹੜਾ ਹੈ ਉਹ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਲਿਪਤ ਹੈਗੇ ਨੇ। ਸਭ ਤੋਂ ਜ਼ਿਆਦਾ ਕਾਲ ਜਿਹੜੀਆਂ ਆਈਆਂ ਪੰਜਾਬ ਸਰਕਾਰ ਨੂੰ ਉਹ ਅੰਮ੍ਰਿਤਸਰ ਤੇ ਤਰਨਤਾਰਨ ਡਿਸਟ੍ਰਿਕਟ 'ਚੋਂ ਆਈਆਂ। ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜਾ ਏਰੀਆ ਨਸ਼ੇ ਦੇ ਵਿੱਚ ਗ੍ਰਸਤ ਹੈ ਉਹ ਵੀ ਤਰਨਤਾਰਨ ਤੇ ਅੰਮ੍ਰਿਤਸਰ ਹੀ ਹੈ। ਤਰਨਤਾਰਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਏਰੀਆ ਹੈ ਜੀ ਇਸ ਵੇਲੇ। ਜਿਹੜੀਆਂ 250 ਕਾਲਾਂ ਆਈਆਂ ਉਹਨਾਂ ਕਾਲਾਂ ਦੇ ਆਧਾਰ ਦੇ ਉੱਪਰ ਜਿਹੜੀ ਜਾਣਕਾਰੀ ਸਾਹਮਣੇ ਆਈ ਆ ਉਹ ਬੜੀ ਹੈਰਾਨ ਕਰਨ ਦੇਣ ਵਾਲੀ ਜਾਣਕਾਰੀ ਆ। ਹਾਲਾਂਕਿ ਕਿਤੇ ਨਾ ਕਿਤੇ ਬੈਕ ਆਫ ਦਾ ਮਾਈਂਡ ਸਾਡੇ ਜ਼ਿਹਨ ਦੇ ਵਿੱਚ ਗੱਲ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਕੰਮ ਹੈ ਇਹਦੇ ਵਿੱਚ ਅਸੀਂ ਪੋਲੀਟੀਕਲ ਲੋਕਾਂ ਦੀ ਇਨਵੋਲਵਮੈਂਟ ਨੂੰ ਅਕਸਰ ਜਿਹੜਾ ਹੈ ਉਹ ਜ਼ਿਕਰ ਕਰਦੇ ਰਹਿੰਦੇ ਹਾਂ, ਪੁਲਿਸ ਦਾ ਜਿਹੜਾ ਹੈ ਜ਼ਿਕਰ ਕਰਦੇ ਰਹਿੰਦੇ ਹਾਂ, ਮੈਡੀਕਲ ਸਟੋਰਾਂ ਦਾ ਜ਼ਿਕਰ ਕਰਦੇ ਰਹਿੰਦੇ ਹਾਂ। ਔਰ ਜਿਹੜੀ ਇਹ ਜਾਣਕਾਰੀ 250 ਕਾਲਾਂ ਦੇ ਵਿੱਚ ਆਈ ਹੈ ਉਹਦੇ ਵਿੱਚ ਵੀ ਜਿਹੜੇ ਮੇਨ ਲੋਕ ਪਿੰਡਾਂ ਦੇ ਵਿੱਚੋਂ ਜਾਂ ਮੁਹੱਲਿਆਂ ਦੇ ਤੱਕ ਇਹਦੇ ਤਾਰ ਜੁੜੇ ਹੋਣ ਦੀ ਗੱਲ, ਇਹਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਤੱਕ ਪਹੁੰਚੀਆਂ ਹੋਈਆਂ ਸੀ। ਉਹ ਜੜ੍ਹਾਂ ਪਿੰਡਾਂ ਦੇ ਮੁਹੱਲਿਆਂ ਤੱਕ ਪਹੁੰਚਾਉਣ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਉਹਨਾਂ ਦੇ ਵਿੱਚੋਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਥਾਣਿਆਂ ਦੇ ਵਿੱਚ ਲੱਗੇ ਹੋਏ ਪੁਲਿਸ ਮੁਲਾਜ਼ਮ, ਪਿੰਡਾਂ ਦੇ ਸਰਪੰਚ, ਮੈਡੀਕਲ ਸਟੋਰ ਤੇ RMP ਜਾਂ ਦੇਸੀ ਡਾਕਟਰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ, ਇਹ ਸਾਰੇ ਦੇ ਸਾਰੇ ਇਸ ਤੰਤਰ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਹੜੇ ਹੋਏ ਨੇ ਉਹ ਲਿਪਤ ਨੇ। ਔਰ ਇਹੀ ਜਿਹੜੇ ਪੰਜਾਬ ਦੇ ਵਿੱਚ ਜਿੰਨਾ ਡਰੱਗ ਦਾ ਤੰਤਰ ਹੈ, ਜਿਹੜਾ ਲੋਕਾਂ ਤੱਕ ਡਿਸਟ੍ਰੀਬਿਊਸ਼ਨ ਹੈ, ਉਹ ਸਾਰੇ ਦੇ ਸਾਰੇ ਦੇ ਵਿੱਚ ਪੁਲਿਸ ਵੀ ਇਨਵੋਲਵ ਹੈ, ਲੋਕਲ ਲੀਡਰਸ਼ਿਪ ਵੀ ਇਨਵੋਲਵ ਹੈ, ਔਰ ਜਿਹੜੇ ਲੋਕ ਮੈਡੀਕਲ ਦੇ ਧੰਦੇ ਦੇ ਵਿੱਚ ਹੈਗੇ ਨੇ ਉਹ ਲੋਕ ਵੀ ਇਨਵੋਲਵ ਹੈਗੇ ਨੇ। ਹੁਣ ਤੱਕ ਪੰਜਾਬ ਸਰਕਾਰ ਦੀ ਮੰਨੀਏ
ਤੇ 449 ਲੋਕਾਂ ਦੇ ਖਿਲਾਫ 449 ਮਾਫ ਕਰਨਾ FIR ਦਰਜ ਕੀਤੀਆਂ ਜਾ ਚੁੱਕੀਆਂ ਨਸ਼ੇ ਦੇ ਸੰਬੰਧ ਦੇ ਵਿੱਚ ਔਰ 497 ਲੋਕਾਂ ਨੂੰ ਜਿਹੜਾ ਹੈ ਉਹ ਅਰੈਸਟ ਕਰ ਲਿਆ ਗਿਆ। ਬਹੁਤ ਥੋੜੇ ਦਿਨ 500 ਲੋਕਾਂ ਨੂੰ ਅਰੈਸਟ ਕਰ ਲਿਆ ਗਿਆ ਔਰ ਇਹਦੇ ਵਿੱਚ ਕੈਪਟਨ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਬਿਲਕੁਲ ਯੰਗ ਲੋਕ ਨੇ, ਯੂਥ ਆ, ਬਿਲਕੁਲ ਉਹਨੂੰ ਜਿਹੜਾ ਹੈ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਉਹਨਾਂ ਤੋਂ ਸਿਰਫ ਪੁੱਛਗਿੱਛ ਕੀਤੀ ਜਾ ਰਹੀ ਹੈ। ਗੱਲਬਾਤ ਸ਼ੁਰੂ ਕਰਾਂਗੇ ਜੀ ਸ਼ਬਦੀਪ ਜੀ ਤੋਂ। ਸ਼ਬਦੀਪ ਜੀ, ਕੈਪਟਨ ਸਾਹਿਬ ਦਾ ਮੰਨਣਾ ਹੈ ਕਿ ਬਾਰਡਰ ਤੇ ਪਾਰੋਂ ਡਰੱਗ ਪੰਜਾਬ ਦੇ ਵਿੱਚ ਆਉਣੀ ਬਹੁਤ ਵੱਡੀ ਸਮੱਸਿਆ ਨਹੀਂ ਹੈਗੀ, ਇੱਕ ਪਹਿਲੂ ਹੈ ਸਮੱਸਿਆ ਦਾ। ਦੂਜੀ ਜਿਹੜੀ ਪੰਜਾਬ ਦੇ ਵਿੱਚ ਜ਼ਿਆਦਾ ਡਰੱਗ ਦੀ ਇਸ ਵੇਲੇ ਸਮੱਸਿਆ ਹੈ, ਜਿੰਨੀਆਂ ਉਹਨਾਂ ਨੂੰ ਕਾਲਾਂ ਆਈਆਂ ਉਹਦੇ ਰਿਕਾਰਡਿੰਗਲੀ ਸਿੰਥੈਟਿਕ ਨਸ਼ਾ ਜਿਹੜਾ ਕਿ ਕੈਮੀਕਲ ਤੋਂ ਬਣਦਾ ਉਹ ਪੰਜਾਬ ਦੇ ਵਿੱਚ ਬਣ ਰਿਹਾ। ਦੂਜੀ ਸਮੱਸਿਆ ਇਹ ਹੈ। ਤੀਜੀ ਸਮੱਸਿਆ ਉਹਨਾਂ ਦਾ ਕਹਿਣਾ ਕਿ ਜਿਹੜਾ ਗੁਆਂਢੀ ਰਾਜਾਂ ਦੇ ਵਿੱਚ ਅਫੀਮ ਜਿਹੜੀ ਹੈਗੀ ਆ ਉਹ ਓਪਨਲੀ ਵਿਕਦੀ ਹੈ ਜਾਂ ਲਾਇਸੈਂਸ ਦੇ ਉੱਪਰ ਵਿਕਦੀ ਹੈ, ਉਹ ਅਫੀਮ ਵੀ ਪੰਜਾਬ ਨੂੰ ਸਮਗਲ ਹੋ ਕੇ ਬਹੁਤ ਆਉਂਦੀ ਹੈ। ਇਹ ਤਿੰਨ ਮੇਨ ਕਾਰਨ ਹੈਗੇ ਨੇ ਜਿਹੜੇ ਕਿ ਨਸ਼ੇ ਦੇ ਨੇ ਪੰਜਾਬ ਦੇ ਵਿੱਚ। ਔਰ ਵਿਕਰਮਜੀਤ ਮਜੀਠੀਆ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਜੇ ਜਦ ਤੱਕ ਤੱਥ ਕਲੀਅਰ ਨਹੀਂ ਹੋ ਜਾਂਦੇ ਉਦੋਂ ਤੱਕ ਕਿਸੇ ਦਾ ਨਾਂ ਲੈਣਾ ਵੀ ਜਾਂ ਕਿਸੇ ਦੇ ਉੱਪਰ ਵੀ ਕੋਈ ਕਾਰਵਾਈ ਕਰਨਾ ਸੰਭਵ ਨਹੀਂ ਹੈਗਾ। ਕੀ ਲੱਗਦਾ ਤੁਹਾਨੂੰ ਕਿ ਪੰਜਾਬ ਸਰਕਾਰ ਨੇ ਜਿਹੜੇ ਇਹ ਸਟੈਪ ਸ਼ੁਰੂ ਦੇ ਵਿੱਚ ਚੱਕੇ ਆ, ਲੋਕਾਂ ਵੱਲੋਂ 250 ਕਾਲ ਕਰਕੇ ਇਨਫੋਰਮੇਸ਼ਨ ਦਿੱਤੀ ਗਈ ਆ, 400-500 ਬੰਦੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਕੀ ਆਪਾਂ ਇਹਨੂੰ ਪੰਜਾਬ ਦੇ ਵਿੱਚੋਂ ਨਸ਼ਾ ਮੁਕਾਉਣ ਵਾਲੀ ਮੁਹਿੰਮ ਦਾ ਮੁੱਢ ਮੰਨ ਸਕਦੇ ਹਾਂ, ਸ਼ੁਰੂਆਤ ਮੰਨ ਸਕਦੇ ਹਾਂ? ਕੁਲਬੀਰ ਜੀ, ਪਹਿਲਾਂ ਮੈਂ ਉਸ ਨੁਕਤੇ ਤੋਂ ਗੱਲ ਸ਼ੁਰੂ ਕਰਾਂਗਾ ਜਿਹਦੇ ਬਾਰੇ ਤੁਸੀਂ ਸੰਕੇਤ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਸ ਮੁੱਦੇ ਦੇ ਉੱਤੇ ਖਾਮੋਸ਼ ਹੈ। ਉਹ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੀ। ਜਦੋਂ ਚੋਣਾਂ ਚੱਲ ਰਹੀਆਂ ਸਨ, ਜਦੋਂ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ, ਜਦੋਂ ਚੋਣ ਪ੍ਰਚਾਰ ਸਿਖਰ ਵੱਲ ਨੂੰ ਚੜ ਰਿਹਾ ਸੀ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਬਾਏ ਨੇਮ ਬਾਦਲਾਂ ਦੇ ਉੱਤੇ ਇਲਜ਼ਾਮ ਲਾਉਂਦੇ ਸੀ ਉਹਨਾਂ ਬੇਅਦਬੀਆਂ ਦੇ ਸਵਾਲ ਦੇ ਉੱਤੇ। ਅੱਜ ਦੀ ਤਰੀਕ ਦੇ ਵਿੱਚ ਜੇ ਉਹ ਖਾਮੋਸ਼ ਨੇ ਤਾਂ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈ ਜਾਣ ਦੀ ਜ਼ਰੂਰਤ ਹੈ ਔਰ ਇਸ ਗੱਲ ਨੂੰ ਇਸ ਨਜ਼ਰੀਏ ਤੋਂ ਦੇਖੇ ਜਾਣ ਦੀ ਜ਼ਰੂਰਤ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਵਿੱਚ ਸਨ ਉਦੋਂ ਸੱਤਾਧਾਰੀ ਪਾਰਟੀ ਦੇ ਖਿਲਾਫ ਮਾਹੌਲ ਬਣਾਉਣ ਲਈ ਬਿਲਕੁਲ ਇੱਕ ਜਸਟੀਫਾਈਡ ਮੁੱਦਾ ਸੀ ਉਹਨਾਂ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਜਿਹਨੂੰ ਉਹ ਵਰਤ ਰਹੇ ਸਨ। ਹੁਣ ਜਦੋਂ ਉਹ ਸੱਤਾ ਦੇ ਵਿੱਚ ਆਪ ਆ ਚੁੱਕੇ ਨੇ, ਜੇ ਉਹ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਸਾਬਤ ਕੀਤੇ ਬਿਨਾਂ ਬਾਦਲਾਂ ਦੇ ਖਿਲਾਫ ਜਿਵੇਂ ਬੋਲ ਕੇ ਕਿਹਾ ਕਰਦੇ ਸੀ ਉਸੇ ਆਧਾਰ ਦੇ ਉੱਤੇ ਐਕਸ਼ਨ ਕਰ ਲੈਂਦੇ ਨੇ ਤਾਂ ਇਹ ਇੱਕ ਤਰ੍ਹਾਂ ਦੇ ਨਾਲ ਅਕਾਲੀ ਦਲ ਨੂੰ ਰਿਵਾਈਵ ਕਰਨ ਦੇ ਲਈ ਮੌਕਾ ਦੇਣ ਵਰਗੀ ਗੱਲ ਹੋਏਗੀ, ਕਿਉਂਕਿ ਜੇ ਉਹਦੇ ਉੱਤੇ ਇਲਜ਼ਾਮ ਲੱਗਦੇ ਨੇ, ਈਵਨ ਸੱਚ ਤਾਂ ਇਹ ਹੈ ਕਿ ਜੇ ਉਹ ਇਲਜ਼ਾਮ ਬਿਲਕੁਲ ਸੱਚੇ ਵੀ ਹੋਣ ਤਾਂ ਵੀ ਅਕਾਲੀ ਦਲ ਦੇ ਵਰਕਰਾਂ ਨੂੰ ਇੱਕ ਸਰਗਰਮੀ ਕਰਨ ਦਾ ਮੌਕਾ ਮਿਲ ਜਾਏਗਾ ਕਿ ਸਾਡੇ ਨੇਤਾਵਾਂ ਦੇ ਖਿਲਾਫ ਕੇਸ ਕੀਤੇ ਜਾ ਰਹੇ ਨੇ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਮੌਕਾ ਫੌਰੀ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਪਸੰਦ ਨਹੀਂ ਕਰਨਗੇ। ਇਸ ਮਾਮਲੇ ਦੀ ਪੜਤਾਲ ਅੱਗੇ ਵੀ ਪੈ ਜਾਵੇ ਤਾਂ ਉਹ ਇਸ ਨੂੰ ਅਫੋਰਡ ਕਰਨਗੇ, ਪਰ ਅਕਾਲੀ ਦਲ ਤੁਰੰਤ ਰਿਵਾਈਵ ਹੋ ਜਾਵੇ ਇਸ ਗੱਲ ਨੂੰ ਸ਼ਾਇਦ ਉਹ ਅਫੋਰਡ ਨਹੀਂ ਕਰਨਗੇ। ਉਂਝ ਵੀ ਉਹਨਾਂ ਦੇ ਸਾਹਮਣੇ ਇੱਕ ਨਿਸ਼ਾਨਾ ਆਇਆ ਕਿ ਜਿਸ ਅੰਦਾਜ਼ ਦੇ ਵਿੱਚ ਆਮ ਆਦਮੀ ਪਾਰਟੀ ਚੱਲ ਰਹੀ ਹੈ ਉਹਦਾ ਨਿਗਾਰ ਹੀ ਹੋਰ ਤੇਜ਼ ਹੋ ਜਾਵੇ ਤੇ ਉਹ ਜ਼ਿਆਦਾ ਬਿਹਤਰ ਹੈ ਉਹਦੇ ਲਈ। ਅਕਾਲੀ ਦਲ ਦੇ ਨਾਲ ਉਹ ਥੋੜਾ ਅੱਗੇ ਜਾ ਕੇ ਵੀ ਨਜਿੱਠ ਲੈਣਗੇ, ਫੌਰੀ ਤੌਰ ਤੇ ਉਹਨੂੰ ਫਾਇਦਾ ਨਹੀਂ ਕਰਨਾ ਚਾਹਣਗੇ, ਸ਼ਾਇਦ ਉਹ ਇਸ ਕਰਕੇ ਖਾਮੋਸ਼ ਨੇ। ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹਾਂਗਾ ਉਹ ਇਹ ਹੈ ਕਿ ਜਿਹੜੀ ਹੁਣ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਆ ਉਹਨੂੰ ਇੱਕ ਤਰ੍ਹਾਂ ਨਾਲ ਇਸ ਤਰੀਕੇ ਦੇ ਨਾਲ ਲੈ ਜਾਣ ਦੀ ਜ਼ਰੂਰਤ ਆ ਕਿ ਇਹ ਜਨਤਕ ਸ਼ਮੂਲੀਅਤ ਨੂੰ ਸਰਗਰਮ ਔਰ ਉਤਸ਼ਾਹਿਤ ਕਰਨ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਚੀਜ਼ ਹੈ। ਪਰ ਇਹਨਾਂ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ, ਇਹਨਾਂ ਫੋਨ ਕਾਲਸ ਦੇ ਆਧਾਰ ਦੇ ਉੱਤੇ ਜੇ ਤੁਸੀਂ ਇਹ ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਬਹੁਤ ਜ਼ਿਆਦਾ ਸਹੀ ਔਰ ਬਿਲਕੁਲ ਅਥੈਂਟਿਕ ਕੇਸ ਮਿਲ ਜਾਣਗੇ, ਜਿਹੜੀਆਂ ਸ਼ਿਕਾਇਤਾਂ ਫੋਨ ਦੇ ਉੱਤੇ ਲੋਕ ਕਰਨਗੇ ਉਹਨਾਂ ਦੇ ਵਿੱਚ 100% ਅਪਰਾਧੀ ਹੀ ਨੋਟੇਬਲ ਹੋ ਜਾਣਗੇ, ਉਹਦੇ ਵਿੱਚ ਕੋਈ ਬੇਕਸੂਰ ਨਹੀਂ ਹੋਏਗਾ, ਉਹਦੇ ਵਿੱਚ ਕੋਈ ਇੱਕ ਦੂਜੇ ਪ੍ਰਤੀ ਦੁਸ਼ਮਣੀ ਦੀ ਜਿਹੜੀ ਸਿਚੁਏਸ਼ਨ ਹੈ ਉਹ ਨਹੀਂ ਵਰਕ ਕਰੇਗੀ। ਇਸ ਗੱਲ ਬਾਰੇ ਜੇ ਅਸੀਂ ਸੋਚਾਂਗੇ ਤਾਂ ਕਾਫੀ ਅਸੀਂ ਗਲਤ ਤਰੀਕੇ ਦੇ ਨਾਲ ਸੋਚ ਰਹੇ ਹੋਵਾਂਗੇ। ਤੇ ਮੈਨੂੰ ਲੱਗਦਾ ਕਿ ਸਾਨੂੰ ਇਸ ਨਜ਼ਰੀਏ ਤੋਂ ਇਸ ਨੁਕਤੇ ਉੱਤੇ ਜ਼ਰੂਰ ਸੋਚਣਾ ਪਏਗਾ ਕਿ ਅਸਲ ਚੀਜ਼ ਤਾਂ ਇਹ ਹੈ ਕਿ ਸਰਕਾਰ ਨੂੰ ਆਪਣੀਆਂ ਜਿਹੜੀਆਂ ਅਥੈਂਟਿਕ ਰਿਪੋਰਟਾਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ, ਖਾਸ ਕਰਕੇ ਜਿਹੜੇ ਪ੍ਰਮੁੱਖ ਚਿਹਰੇ ਨੇ ਜਿਨ੍ਹਾਂ ਦੇ ਉੱਤੇ ਐਕਸ਼ਨ ਕਰਨਾ ਬਹੁਤ ਜ਼ਰੂਰੀ ਆ। ਜੇ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਨਿਕਲ ਕੇ ਆ ਵੀ ਰਹੇ ਨੇ ਫੋਨ ਕਾਲਸ ਦੇ ਵਿੱਚ, ਉਹਨਾਂ ਨੂੰ ਵੀ ਜੇ ਤੁਸੀਂ ਨੋਟ ਕਰੋ ਤਾਂ ਤੁਹਾਨੂੰ ਲੱਗੇਗਾ ਕਿ ਉਹ ਵੱਡੀਆਂ ਮੱਛੀਆਂ ਨੇ
ਇਹ ਬਿਲਕੁਲ ਛੋਟੀਆਂ ਮੱਛੀਆਂ ਨੇ। ਜੇ ਕੋਈ ਆਰਐਮਪੀ ਡਾਕਟਰ ਮਿਲ ਰਿਹਾ, ਜੇ ਕੋਈ ਸਰਪੰਚ ਮਿਲ ਰਿਹਾ, ਜੇ ਕੋਈ ਹੇਠਲੇ ਲੈਵਲ ਦਾ ਮੈਡੀਕਲ ਸਟੋਰ ਦਾ ਕੋਈ ਕਰਿੰਦਾ ਮਿਲ ਰਿਹਾ, ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਇਹ ਅਸਲ ਦੋਸ਼ੀ ਨਹੀਂਗੇ। ਅਸਲ ਦੋਸ਼ੀ ਜਿਨ੍ਹਾਂ ਨੂੰ ਵੱਡੀ ਮੱਛੀ ਕਿਹਾ ਜਾਣਾ ਚਾਹੀਦਾ ਉਹ ਹੋਰ ਨੇ। ਔਰ ਉਹਨਾਂ ਵੱਡੀਆਂ ਮੱਛੀਆਂ ਨੂੰ ਪਕੜਨ ਦੇ ਲਈ ਸਰਕਾਰ ਨੂੰ ਮੁਹਿੰਮ ਜਿਹੜੀ ਉਹ ਬਿਲਕੁਲ ਦੂਜੇ ਸਿਰੇ ਤੋਂ ਚਲਾਉਣੀ ਪਏਗੀ। ਇਸ ਮੁਹਿੰਮ ਦੇ ਵਿੱਚ ਬਹੁਤ ਸੰਭਾਵਨਾ ਹੋ ਸਕਦੀ ਕਿ ਕੁਝ ਗਲਤ ਨਾਂ, ਦੁਸ਼ਮਣੀ ਕੱਢਣ ਵਾਲੇ ਨਾਂ ਵੀ ਸ਼ਾਮਲ ਹੋ ਜਾਣ। ਇਹਦੇ ਪ੍ਰਤੀ ਸਰਕਾਰ ਨੂੰ ਕਾਫੀ ਚੌਕਸ ਰਹਿਣਾ ਪਵੇਗਾ। ਇੱਕ ਗੱਲ ਚੰਗੀ ਜਿਹੜੀ ਸਰਕਾਰ ਕਰ ਰਹੀ ਹੈ ਕਿ ਜਿਹੜੇ ਨੌਜਵਾਨ ਨੇ, ਬੇਸ਼ੱਕ ਉਹਨਾਂ ਨੂੰ ਇਨਵੋਲਵ ਦਿਖਾਇਆ ਵੀ ਜਾ ਰਿਹਾ, ਉਹਨਾਂ ਨੂੰ ਚੇਤਾਵਨੀ ਦੇ ਕੇ ਪੁੱਛ ਪੜਤਾਲ ਕਰਕੇ ਕੇਸਾਂ ਤੋਂ ਥੋੜਾ ਦੂਰ ਰੱਖਿਆ ਜਾ ਰਿਹਾ। ਮੈਨੂੰ ਲੱਗਦਾ ਇੱਕ ਜੈਨੂਅਨ ਪੰਜਾਬ ਦੇ ਵਿੱਚ ਸਮੱਸਿਆ ਜਿਹੜੀ ਬਣੀ ਹੋਈ ਆ, ਨੌਜਵਾਨਾਂ ਨੂੰ ਉਹਦੇ ਤੋਂ ਬਚਾਉਣ ਲਈ ਉਹਨਾਂ ਪ੍ਰਤੀ ਇੱਕ ਹਮਦਰਦੀ ਪੂਰਵਕ ਰਵੱਈਆ ਜਿਵੇਂ ਸਰਕਾਰ ਕਹਿ ਰਹੀ ਹੈ, ਜੇ ਉਹ ਅਪਣਾਉਂਦੀ ਹੈ ਤਾਂ ਉਹ ਜਸਟੀਫਾਈਡ ਹੈ। ਪਰ ਨਾਲ ਦੀ ਨਾਲ ਇਹ ਵੀ ਇੱਕ ਤੱਥ ਹੈ ਕਿ ਉਹਨਾਂ ਨੂੰ ਉਸ ਸੰਵੇਦਨਾ ਦਾ, ਉਸ ਹਮਦਰਦੀ ਪੂਰਵਕ ਰਵੱਈਏ ਦਾ ਲਾਹਾ ਲੈਣ ਦਾ ਮੌਕਾ ਨਾ ਮਿਲੇ। ਇਸ ਗੱਲ ਬਾਰੇ ਵੀ ਚੌਕਸੀ ਜ਼ਰੂਰ ਰੱਖਣੀ ਪਵੇਗੀ। ਹੌਲੀ ਹੌਲੀ ਅਸੀਂ ਨੌਜਵਾਨਾਂ ਨੂੰ ਨਸ਼ੇ ਦੇ ਇਸ ਜਾਲ ਦੇ ਵਿੱਚੋਂ ਕੱਢਣਾ ਹੈ। ਔਰ ਇਹਨੂੰ ਕੱਢਣ ਦੇ ਲਈ ਸਰਕਾਰ ਸਿਰਫ ਤੇ ਸਿਰਫ ਪੁਲਿਸੀਆ ਤੰਤਰ ਜਾਂ ਕਾਨੂੰਨੀ ਕਾਰਵਾਈ ਹੀ ਕਾਫੀ ਨਹੀਂ। ਇਹਦੇ ਲਈ ਸਰਕਾਰ ਨੂੰ ਬਹੁਤ ਚੌਤਰਫੀ ਕਿਸਮ ਦੀ ਮੁਹਿੰਮ ਵੀ ਚਲਾਉਣੀ ਪਏਗੀ। ਚੌਤਰਫੀ ਕਿਸਮ ਦੇ ਜਿਹੜੇ ਨੇ ਸਾਧਨ ਵੀ ਜਟਾਉਣੇ ਪੈਣਗੇ ਔਰ ਲੋਕਾਂ ਨੂੰ ਹਰ ਪੱਖ ਤੋਂ ਇਸ ਮਾਮਲੇ ਦੇ ਨਾਲੋਂ ਨਿਖੇੜਨ ਲਈ ਯਤਨ ਕਰਨੇ ਪੈਣਗੇ। ਜੀ ਬਿਲਕੁਲ ਸੀਪੀ ਜੀ, ਜੇ ਆਪਾਂ ਦੇਖੀਏ ਤਾਂ ਜਿੱਦਾਂ ਸਬਦੀਸ਼ ਜੀ ਨੇ ਗੱਲ ਕੀਤੀ ਕਿ ਜਿਹੜੇ ਵੱਡੇ ਮਗਰਮੱਛ ਹੈਗੇ ਆ ਉਹਨਾਂ ਤੱਕ ਅਜੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ। ਹੋ ਸਕਦਾ ਸਰਕਾਰ ਦੀ ਉਹਨਾਂ ਵਾਸਤੇ ਕੋਈ ਅੰਦਰ ਖਾਤੇ ਕੋਈ ਤਿਆਰੀ ਵੀ ਚੱਲਦੀ ਵੀ ਹੋਵੇ, ਪਰ ਅਜੇ ਤੱਕ ਇੱਦਾਂ ਲੱਗ ਰਿਹਾ ਕਿ ਉੱਪਰਲੇ ਸਿਰੇ ਨੂੰ ਹੱਥ ਨਹੀਂ ਪਾਇਆ ਗਿਆ। ਡਿਸਟ੍ਰੀਬਿਊਸ਼ਨ ਦੀ ਜਿਹੜੀ ਆਖਰੀ ਕੜੀ ਹੁੰਦੀ ਆ, ਆਪਾਂ ਮੈਡੀਕਲ ਸਟੋਰ ਉਹਨੂੰ ਮੰਨ ਸਕਦੇ ਹਾਂ, ਜਾਂ ਜਿਹੜੇ ਪਿੰਡਾਂ ਦੇ ਵਿੱਚ ਆਰਐਮਪੀ ਡਾਕਟਰ ਜਾਂ ਦੇਸੀ ਡਾਕਟਰਸ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਿਹਾ ਉਹਨਾਂ ਨੂੰ ਮੰਨ ਸਕਦੇ, ਜਾਂ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਜਾਂ ਉੱਦਾਂ ਚੌਧਰੀ ਲੋਕ ਨੇ ਉਹਨਾਂ ਨੂੰ ਅਸੀਂ ਆਖਰੀ ਕੜੀ ਮੰਨ ਸਕਦੇ, ਜਿਨ੍ਹਾਂ ਤੋਂ ਸਿੱਧਾ ਤਾਂ ਸਿੱਧਾ ਕਹਿ ਸਕਦੇ ਕਿ ਇੱਕ ਨਸ਼ੇੜੀ ਨੂੰ ਜਿਹੜਾ ਹੈ, ਐਂਡ ਯੂਜ਼ਰ ਨੂੰ ਜਿਹੜਾ ਹੈ ਉਹ ਪ੍ਰੋਡਕਟ ਮਿਲਦਾ ਆ। ਪਰ ਉਹਨਾਂ ਦੇ ਉੱਪਰ ਜਿਹੜਾ ਤੰਤਰ ਹੈ, ਜਿਹੜਾ ਉਸ ਤੱਕ ਪਹੁੰਚਾ ਰਿਹਾ, ਜਾਂ ਜਿਹੜੇ ਪੰਜਾਬ ਦੇ ਵਿੱਚ ਸਿੰਥੈਟਿਕ ਨਸ਼ਾ ਬਣ ਰਿਹਾ ਤੇ ਉਹ ਕੌਣ ਬਣਾ ਰਿਹਾ। ਜੇ ਪੰਜਾਬ ਦੇ ਵਿੱਚ ਗਵਾਂਢੀ ਰਾਜਾਂ ਤੋਂ ਵੱਡੀ ਮਾਤਰਾ ਦੇ ਵਿੱਚ ਫੀਮ ਭੁੱਕੀ ਸਮਗਲ ਹੋ ਕੇ ਆ ਰਹੀ ਤਾਂ ਉਹ ਕੌਣ ਲੈ ਕੇ ਆ ਰਿਹਾ, ਇਹ ਸਾਰਾ ਵੀ ਮੇਰਾ ਖਿਆਲ ਹੈ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਲੋੜ ਹੈ ਇਹਦੇ ਉੱਪਰ ਵੀ ਜਿਹੜੀ ਧਿਆਨ ਦੇਣ ਦੀ। ਪਰ ਪੰਜਾਬ ਸਰਕਾਰ ਨੇ ਕੰਮ ਜਿਹੜਾ ਹੈ ਉਹ ਥੱਲੇ ਸ਼ੁਰੂ ਕੀਤਾ। ਤੁਹਾਨੂੰ ਕੀ ਲੱਗਦਾ ਸੀਪੀ ਜੀ? ਕੁਲਵੀਰ ਜੀ, ਬਿਲਕੁਲ ਕੰਮ ਜਿਹੜਾ ਥੱਲੇ ਸ਼ੁਰੂ ਕੀਤਾ ਗਿਆ, क्योंकि ड्रग का जो नैक्सस है वो बहुत ज्यादा पंजाब के विच पेनिट्रेट कर चुका है। और जे तुसी गल करो कि आरएमपी डॉक्टर्स ने या जिहड़े उन्हां नूं यूज करदे ने या जिहड़े छोटे लेवल ते अगे जाके डिस्ट्रीब्यूट करदे ने, उस नैक्सस तक पहुंचण लई इस छोटे लेवल तो ही शुरुआत करनी पऊगी। और मैं कहूंगा कि कैप्टन साहब ने जिस तरह वादा किया सीगा, शायद उन्हां दी मजबूरी बन गई सी या वो लोकां तक अपना मैसेज पहुंचाना चाहते हैं, पर यह कदम बहुत शलाघायोग है। क्योंकि जे तुसी पूरे उन्हां दे रूट लेवल तक पहुंचना है, उन्हां दे नैक्सस तक पहुंचना है, ਤਾਂ ਤੁਹਾਨੂੰ रूट लेवल तो ही शुरू करना पऊगा, ਤੁਹਾਨੂੰ ग्राउंड लेवल तो ये चीज शुरू करनी पऊगी। जे ਅਸੀਂ ਗੱਲ ਕਰੀਏ ਕਿ ਉਹ ਨੌਜਵਾਨਾਂ ਨੂੰ ਜਿਹੜਾ ਕਿ ਹਲੇ ਇਨਕੁਆਇਰ ਕਰ ਰਹੇ ਨੇ, ਅਰੈਸਟ ਨਹੀਂ ਕਰ ਰਹੇ, ਕਿਉਂਕਿ ਇੱਕ ਚੀਜ਼ ਹੋਰ ਇੱਥੇ ਦੇਖਣ ਵਾਲੀ ਹੈ, ਜਿਹੜਾ ਬੰਦਾ ਉਸ ਨੂੰ ਯੂਜ਼ ਕਰਦਾ ਹੈ ਜਾਂ ਉਸ ਨੂੰ ਡਿਸਟ੍ਰੀਬਿਊਟ ਕਰਦਾ ਹੈ ਜਾਂ ਛੋਟੇ ਲੈਵਲ ਤੇ ਉਹਦਾ ਦਾ ਕੰਮ ਕਰਦਾ ਹੈ ਇੱਕ ਜਗ੍ਹਾ ਤੋਂ दूसरी जगह पहुंचाने दा, उस बंदे नूं फड़ के इनक्वायर करके वड्डियां मच्छियां तक पहुंचना शायद आसान हो जाएगा अगर ये प्रोसेस बिल्कुल फेयर चलता रहा। एक चीज की तुहानूं लगदा कि तुहानूं लगदा सीपी लगदा तुहानूं कि जिहड़े पिंड दे विच बैठा एक बंदा सप्लायर है, छोटा सप्लायर है, जां इंजैक्शन लगा रहा, वो इंजैक्शन किते बाय करके लगा रहा, जां उहनूं कोई दे के चला जांदा, मैडिकल स्टोर दे उपर कैप्सूल गोलियां जिहड़ियां हैगियां कोई सप्लाई करके चला जांदा, वो सिर्फ बेच रहा, उहदे तो तुहानूं लगदा कि उपर तक पहुंचा जा सकदा? बिल्कुल पहुंचा जा सकता कुलबीर जी, क्यों नहीं पहुंचा जा सकता। एक बंदा, तुसी एग्जांपल लो, एक बंदा पिंड लेवल ते यूज करदा उस इंजैक्शन नूं या उस कैप्सूल्स नूं, वो कैप्सूल उस तक किवें पहुंचा, इस चीज वो बंदा एक बड़ा इंक्वायरी किया जा सकता है। उस तो बाद वो रैकेट कित्थों आया, उस तो बाद ਉਹਦਾ पूरा नेटवर्क ਜਿਹੜਾ ਵਿਸ ਜਾਂਦਾ ਹੈ। ਇਹ ਇੱਕ आसान काम नहीं है, ये एक बहुत ਤੁਸੀਂ कह लो कि टीडियस जॉब है कैप्टन साहब वास्ते, लेकिन शुरुआत इत्थों ही करनी पਊਗੀ। ਜੇ ਅਸੀਂ ਵੱਡੀਆਂ ਮੱਛੀਆਂ ਨੂੰ ਫੜਾਂਗੇ ਤਾਂ ਵੱਡੀਆਂ ਮੱਛੀਆਂ ਦੇ
ਕੰਟੈਕਟਸ ਵੀ ਜਿਹੜੇ ਹੁੰਦੇ ਨੇ ਜਾਂ ਜਿਹੜੇ ਲਿੰਕਸ ਵੀ ਹੁੰਦੇ ਨੇ ਉਹ ਐਡੇ ਕੁ ਵੱਡੇ ਹੁੰਦੇ ਨੇ ਕਿ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪਰਸਿਊ ਵੀ ਨਹੀਂ ਕਰ ਪਾਓਗੇ। ਸੋ ਕਿਤੇ ਨਾ ਕਿਤੇ ਗਰਾਊਂਡ ਲੈਵਲ ਤੋਂ ਹੀ ਸ਼ੁਰੂ ਕਰਨਾ ਪਊਗਾ। ਨੋ ਡਾਊਟ ਇਹਦੇ ਵਿੱਚ ਕੁਝ ਜਿਹੜੇ ਬੰਦੇ ਜਿਹੜੇ ਨਹੀਂ ਵੀ ਯੂਜ਼ ਕਰਦੇ ਹੋਣਗੇ ਜਾਂ ਜਿਹੜੇ ਵਿਚਾਰੇ ਬੇਕਸੂਰ ਵੀ ਹੋਣਗੇ ਉਹਨਾਂ ਦੇ ਉੱਪਰ ਵੀ ਇਨਕੁਆਇਰੀ ਬੈਠੇਗੀ, ਲੇਕਿਨ ਕਿਤੇ ਨਾ ਕਿਤੇ ਸਟਾਰਟ ਲੈਵਲ ਜਿਹੜਾ ਉਹ ਇੱਥੋਂ ਹੀ ਕਰਨਾ ਪੈਣਾ। ਔਰ ਤੁਸੀਂ ਗੱਲ ਕੀਤੀ ਸੀਗੀ ਕਿ ਪੁਲਿਸ ਸਟੇਸ਼ਨ, ਸਰਪੰਚ ਜਾਂ ਜਿਹੜੇ ਛੋਟੇ ਛੋਟੇ ਮੈਡੀਕਲ ਸਟੋਰਸ ਨੇ ਜਿਵੇਂ ਆਰਐਮਪੀਜ਼ ਆ ਉਹਨਾਂ ਨੇ ਵੀ ਮੈਡੀਕਲ ਸਟੋਰ ਬਣਾਏ ਹੋਏ ਨੇ ਲਾਇਸੈਂਸ ਲੈ ਕੇ, ਉਸ ਲੈਵਲ ਤੋਂ ਇਹ ਕੰਮ ਹੁੰਦਾ ਹੈ ਕੁਲਵੀਰ ਜੀ। ਮੈਡੀਕਲ ਸਟੋਰਸ ਜਿਹੜੇ ਜਿਨ੍ਹਾਂ ਦੀ ਇਨਵੋਲਵਮੈਂਟ ਬਹੁਤ ਜ਼ਿਆਦਾ ਹੁੰਦੀ ਹੈ, ਮੈਡੀਕਲ ਸਟੋਰ ਤੋਂ ਬਾਅਦ ਉਹ ਪਿੰਡ ਦਾ ਮੁਖੀ ਉਹਦੇ ਵਿੱਚ ਇਨਵੋਲਵ ਹੁੰਦਾ ਹੈ ਔਰ ਪਿੰਡ ਦੇ ਮੁਖੀ ਦੇ ਨਾਲ ਪੁਲਿਸ ਸਟੇਸ਼ਨ ਦੀ ਜਿਹੜੀ ਸਪੋਰਟ ਹੁੰਦੀ ਹੈ। ਸੋ ਕਿਤੇ ਨਾ ਕਿਤੇ ਛੋਟੇ ਲੈਵਲ ਤੋਂ ਸ਼ੁਰੂਆਤ ਕਰਕੇ ਵੱਡੇ ਲੈਵਲ ਤੇ ਪਹੁੰਚਣਾ ਪਊਗਾ। ਲੇਕਿਨ ਇੱਥੇ ਇੱਕ ਬਹੁਤ ਵੱਡਾ ਕੁਐਸਚਨ ਇਹ ਖੜਾ ਹੁੰਦਾ ਹੈ ਕਿ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੈ, ਨੋ ਡਾਊਟ ਆਗਾਜ਼ ਬਹੁਤ ਅੱਛਾ ਸ਼ੁਰੂ ਕੀਤਾ ਉਹਨਾਂ ਨੇ, ਬਹੁਤ ਇੱਕ ਹੈਲਪਲਾਈਨ ਬਣਾਈ ਹੈ ਜਿਹਦੇ ਵਿੱਚ ਕੰਪਲੇਂਟਸ ਵੀ ਬਹੁਤ ਆਈਆਂ, ਪਰ ਇਸ ਨੂੰ ਅੱਗੇ ਫਿਊਚਰ ਦੇ ਵਿੱਚ ਕਿਵੇਂ ਪਰਸਿਊ ਕਰਦੀ ਹੈ ਗਵਰਨਮੈਂਟ ਔਰ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਪੁਲਿਸ ਦੇ ਮੁਖੀ ਨੇ, ਐਸਐਚਓ ਨੇ, ਏਐਸਆਈਜ਼ ਨੇ, ਉਹ ਉਸ ਨੂੰ ਕਿਸ ਤਰ੍ਹਾਂ ਲੈਂਦੇ ਨੇ, ਇਹ ਚੀਜ਼ ਇੱਕ ਬਹੁਤ ਵੱਡੀ ਦੇਖਣ ਵਾਲੀ ਹੋਏਗੀ। ਕਿਉਂਕਿ ਨੈਕਸਸ ਜਿਹੜਾ ਹੈ ਇਹ ਬਹੁਤ ਸਟਰੋਂਗ ਨੈਕਸਸ ਹੈ। ਡਰਗ ਨੈਕਸਸ ਜਿਹੜਾ ਉਹ ਬਹੁਤ ਕੋਈ ਛੋਟਾ ਮੋਟਾ ਨੈਕਸਸ ਨਹੀਂ ਚੱਲ ਰਿਹਾ ਇੰਡੀਆ ਦੇ ਵਿੱਚ। ਔਰ ਈਵਨ ਪੰਜਾਬ ਦੇ ਵਿੱਚ ਦੇਖੋ ਤੁਸੀਂ ਕੰਢੀ ਏਰੀਆ ਦੇ ਵਿੱਚ, ਜਿਵੇਂ ਤੁਸੀਂ ਤਰਨਤਾਰਨ ਦੀ ਗੱਲ ਕੀਤੀ, ਅੰਮ੍ਰਿਤਸਰ ਦੀ ਗੱਲ ਕੀਤੀ, ਮੈਂ ਬਠਿੰਡਾ ਗੰਗਾਨਗਰ ਦੀ ਗੱਲ ਕਰਦਾ, ਭੁੱਕੀ ਜਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਅਫੀਮ ਜਿਹੜੀ ਉਧਰੋਂ ਬਹੁਤ ਜ਼ਿਆਦਾ ਤਸਕਰ ਹੁੰਦੀ ਹੈ। ਸੋ ਉਹਨਾਂ ਲੈਵਲਸ ਤੱਕ ਪਹੁੰਚਣਾ ਪਏਗਾ। ਛੋਟੇ ਛੋਟੇ ਬੰਦਿਆਂ ਨੂੰ ਪਕੜ ਕੇ ਉਹਨਾਂ ਤੋਂ ਇਨਕੁਆਇਰ ਕਰਨਾ ਪਏਗਾ, ਬਜਾਏ ਇਹਦੇ ਕਿ ਉਹਨਾਂ ਨੂੰ ਫੜ ਕੇ ਜੇਲ੍ਹਾਂ ਸਿੱਟਿਆ ਜਾਵੇ। ਉਹਨਾਂ ਤੋਂ ਇਨਕੁਆਇਰ ਕੀਤਾ ਜਾਵੇ, ਉਹਨਾਂ ਨੂੰ ਆਪਣੇ ਤੁਸੀਂ ਕਹਿ ਲਓ ਕਿ ਯਕੀਨ ਦੇ ਵਿੱਚ ਲਿਆ ਜਾਵੇ ਉਹਨਾਂ ਬੰਦਿਆਂ ਨੂੰ। ਔਰ ਸਭ ਤੋਂ ਵੱਡੀ ਗੱਲ ਇਹ ਹੈ ਅਸੀਂ ਉਹਨਾਂ ਬੰਦਿਆਂ ਨੂੰ ਇਨਕੁਆਇਰ ਕਰਦੇ ਹਾਂ, ਉਹਨਾਂ ਨੂੰ ਪਕੜਦੇ ਹਾਂ ਔਰ ਨਸ਼ੇ ਨੂੰ ਘਟਾਉਣ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਬੰਦਿਆਂ ਵਾਸਤੇ, ਤਾਂ ਕਿ ਉਹ ਉਸ ਨਸ਼ੇ ਤੋਂ ਆਪਣਾ ਜਿਹੜਾ ਗੁਰੇਜ਼ ਕਰ ਸਕਣ ਜਾਂ ਆਪਣਾ ਜਿਹੜਾ ਧਿਆਨ ਹੈ ਉਸ ਨੂੰ ਡਾਇਵਰਟ ਕਰ ਸਕਣ, ਸਾਨੂੰ ਡਿਫਰੈਂਟ ਓਪਰਚੁਨਿਟੀਜ਼ ਵੀ ਜਿਹੜੀਆਂ ਯੂਥ ਨੂੰ ਦੇਣੀਆਂ ਪੈਣਗੀਆਂ ਤਾਂ ਕਿ ਉਹਨਾਂ ਦਾ ਜਿਹੜਾ ਧਿਆਨ ਹੈ ਜਾਂ ਉਹਨਾਂ ਦਾ ਜਿਹੜਾ ਮਨ ਹੈ ਚੇਂਜ ਹੋ ਸਕੇ। ਸੋ ਸਾਰੇ ਦਾ ਸਾਰਾ ਸਿਸਟਮ ਇੱਕ ਅਡਾਪਟ ਕਰਨਾ ਪਊਗਾ। ਨੋ ਡਾਊਟ ਸ਼ੁਰੂਆਤ ਵਧੀਆ ਕੀਤੀ ਹੈ, ਪਰ ਹੁਣ ਅੱਗੇ ਫਿਊਚਰ ਦੇ ਵਿੱਚ ਕਿੱਦਾਂ ਅਡਾਪਸ਼ਨ ਹੁੰਦੀ ਹੈ ਇਸ ਚੀਜ਼ ਦੀ, ਉਹ ਚੀਜ਼ ਦੇਖਣ ਵਾਲੀ ਜ਼ਰੂਰੀ ਹੈ। ਪਰ ਅਮਿਤ ਜੀ ਕਾਫੀ ਡਿਸਕਸ ਕਰ ਲਿਆ ਅਸੀਂ ਬਾਕੀ ਸਾਰੇ, ਮੈਂ ਤੁਹਾਡਾ ਪੁਆਇੰਟ ਆਫ ਵਿਊ ਉਹਦੇ ਤੇ ਜਾਣਨਾ ਤਾਂ ਚਾਹਾਂਗਾ ਕਿ ਤੁਹਾਨੂੰ ਕੀ ਲੱਗਦਾ ਕੈਪਟਨ ਸਰਕਾਰ ਦੀ ਸ਼ੁਰੂਆਤੀ ਪਰਫਾਰਮੈਂਸ ਦੇ ਉੱਤੇ। ਪਰ ਸਭ ਤੋਂ ਮੈਨੇ ਇੱਕ ਨਾਲ ਹੀ ਤੁਹਾਨੂੰ ਸਵਾਲ ਵੀ ਰੱਖਣਾ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਕਾਰਵਾਈ ਕਰਨੀ ਹੈ, ਜਿਨ੍ਹਾਂ ਲੋਕਾਂ ਨੇ ਕੈਪਟਨ ਸਰਕਾਰ ਦੇ ਇਸ ਫੈਸਲੇ ਨੂੰ ਆਪਾਂ ਕਹਿ ਸਕਦੇ ਕਿ ਮਾਲੀ ਜਾਮਾ ਪਹਿਨਾਉਣਾ, ਉਹ ਆ ਪੁਲਿਸ। ਔਰ ਜਿਹੜਾ ਕੈਪਟਨ ਸਰਕਾਰ ਦੀ ਰਿਪੋਰਟ ਆ ਉਹਦੇ ਵਿੱਚ ਹੀ ਸਭ ਤੋਂ ਵੱਡਾ ਨਾਮ ਜਿਹੜਾ ਉੱਭਰ ਕੇ ਆਇਆ ਕਿ ਜਿਹੜੇ ਥਾਣੇ ਨੇ ਉਹ ਸੈਂਟਰ ਨੇ ਨਸ਼ਾ ਸਪਲਾਈ ਦੇ। ਕਿੱਦਾਂ ਸੰਭਵ ਹੋ ਸਕਦਾ ਜਦੋਂ ਜਿਹੜੀ ਪੁਲਿਸ ਨੇ ਲੋਕਾਂ ਨੂੰ ਫੜਨਾ ਹੈ ਜਾਂ ਜਿਹੜੀ ਪੁਲਿਸ ਨੇ ਇਸ ਚੀਜ਼ ਨੂੰ ਰੋਕਣਾ ਉਹ ਆਪ ਇਸ ਧੰਦੇ ਦੇ ਵਿੱਚ ਬੁਰੇ ਤਰੀਕੇ ਨਾਲ ਲਿਪਤ ਹੈ। ਕੁਲਵੀਰ ਜੀ, ਮੈਨੂੰ ਜੇ ਤੁਸੀਂ ਥੋੜਾ ਜਿਹਾ ਸਮਾਂ ਦਿਓ, ਮੈਂ ਕੁਝ ਗੱਲਾਂ ਖੋਲ ਕੇ ਆਪਣੇ ਦਰਸ਼ਕਾਂ ਦੇ ਅੱਗੇ ਰੱਖਣਾ ਚਾਹੂੰਗਾ। ਜੀ ਜੀ ਬਿਲਕੁਲ। ਬਤੌਰ ਮੀਡੀਆ ਜਰਨਲਿਸਟ ਜਦੋਂ ਵੀ ਅਸੀਂ ਕਿਸੇ ਪੁਲਿਸ ਥਾਣੇ ਦੇ ਵਿੱਚ ਜਾਂਦੇ ਹਾਂ ਤਾਂ ਸਾਡੇ ਆਪਣੇ ਕੁਝ ਸੈੱਲ ਸੋਰਸ ਪੁਲਿਸ ਡਿਪਾਰਟਮੈਂਟ 'ਚ ਬਣ ਜਾਂਦੇ ਨੇ ਔਰ ਉੱਥੋਂ ਇਹ ਚੀਜ਼ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਵਾਕਈ ਹੀ ਜਿਹੜੇ ਥਾਣੇ ਨੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਨਸ਼ਿਆਂ ਦੀ ਸਪਲਾਈ ਦੇ ਸੈਂਟਰ ਬਣੇ ਹੋਏ ਨੇ। ਮੈਂ ਇਹ ਨਹੀਂ ਕਹਿੰਦਾ ਸਾਰੇ ਥਾਣੇ ਬਣੇ ਹੋਏ ਨੇ, ਪਰ ਬਹੁਤਾਤ ਦੇ ਵਿੱਚ ਥਾਣੇ ਜਿਹੜੇ ਇਸ ਤਰ੍ਹਾਂ ਦੇ ਉਹ ਬਣੇ ਹੋਏ ਨੇ। ਇਸ ਤੋਂ ਇਲਾਵਾ ਆਪਾਂ ਗੱਲ ਕਰ ਰਹੇ ਸੀ ਕਿ ਕਾਂਗਰਸ ਗਵਰਨਮੈਂਟ ਕਿਸੇ ਵੱਡੀ ਮੱਛੀ ਨੂੰ ਹੱਥ ਕਿਉਂ ਨਹੀਂ ਪਾ ਰਹੀ ਹੈ। ਪੁਲਿਸ ਦਾ ਇੱਕ ਕੰਮ ਕਰਨ ਦਾ ਇੱਕ ਸਿਸਟਮ ਹੁੰਦਾ ਹੈ, ਆਪਾਂ ਨੂੰ ਉਹ ਸਿਸਟਮ ਸਮਝਣਾ ਪਏਗਾ। ਪੁਲਿਸ ਕਦੇ ਵੀ ਕਿਸੇ ਵੀ ਵੱਡੀ ਮੱਛੀ ਨੂੰ ਜਾਂ ਕਿਸੇ ਵੱਡੇ ਬੰਦੇ ਨੂੰ ਸਿੱਧਾ ਹੱਥ ਨਹੀਂ ਪਾਉਂਦੀ, ਕਿਉਂਕਿ ਅਗਰ ਉਹ ਸਿੱਧਾ ਹੱਥ ਪਾਏਗੀ ਤਾਂ ਉਹ ਇਮੀਡੀਏਟਲੀ ਪੋਲੀਟੀਕਲ ਰੰਗਤ ਲੈ ਲਏਗਾ, ਪੋਲੀਟੀਕਲ ਵੈਂਡੇਟਾ ਉਹਦੇ 'ਚ ਰਾਸ਼ੀ ਜਿਹੜੀ ਸਾਜ਼ਿਸ਼ ਆਈ ਹੈ ਕਿੜ ਕੱਢਣ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਪੁਲਿਸ ਕਿਤੇ ਨਾ ਕਿਤੇ ਪਹਿਲਾਂ ਗਰਾਊਂਡ ਲੈਵਲ ਤੋਂ ਗ੍ਰਾਸ ਰੂਟ ਲੈਵਲ ਤੋਂ ਪ੍ਰੂਫ ਇਕੱਠੇ ਕਰਨੇ ਸ਼ੁਰੂ ਕਰਦੀ ਹੈ, ਕੜੀਆਂ ਜੋੜਦੀ ਹੈ ਔਰ ਉਸ ਤੋਂ ਬਾਅਦ ਜੇ ਉਹਨਾਂ ਦੇ ਅੱਗੋਂ ਪੋਲੀਟੀਕਲ ਜਿਹੜੇ ਆਕਾ ਹੁੰਦੇ ਨੇ, ਜਿਹੜੇ ਪੁਲਿਸ ਦੇ ਪੋਲੀਟੀਕਲ ਪ੍ਰੈਜ਼ੈਂਟ ਜਿਹੜੀ ਰੂਲਿੰਗ ਗਵਰਨਮੈਂਟ, ਅਗਰ ਉਹਨਾਂ ਦਾ ਗ੍ਰੀਨ ਸਿਗਨਲ ਮਿਲਦਾ ਤਾਂ ਉਹ ਜਾ ਕੇ ਮੇਨ ਕਲਪਿਟ ਨੂੰ ਫੜਦੇ ਆ। ਇਸ ਚੀਜ਼ ਨੂੰ ਸਮਝਣਾ ਪਏਗਾ। ਉਸ ਤੋਂ ਇਲਾਵਾ ਇੱਕ ਗੱਲ ਜਿਹੜੀ ਆਪਾਂ ਕਰ ਰਹੇ ਸੀ ਕਿ ਯੂਥ ਨੂੰ ਨਹੀਂ ਫੜਨਾ, ਐਸਾ ਕੁਝ ਨਹੀਂ ਹੈ ਕਿ ਯੂਥ ਨੂੰ ਨਹੀਂ ਫੜਨਾ, ਯੂਥ ਫੜਿਆ ਜਾ ਰਿਹਾ, ਬਕਾਇਦਾ ਫੜਿਆ ਜਾ ਰਿਹਾ। ਮੈਂ ਜੇ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਤਾਂ ਮੋਹਾਲੀ ਦੇ ਨਾਲ ਇੱਕ ਪਿੰਡ ਲੱਗਦਾ ਛੋਟਾ ਜਿਹਾ ਬਲੌਂਗੀ, ਸ਼ਨੀਵਾਰ ਨੂੰ ਉੱਥੋਂ ਪੁਲਿਸ ਨੇ 2 ਲੇਡੀਜ਼ ਨੂੰ ਅਰੈਸਟ ਕੀਤਾ। ਉਹਨਾਂ 2 ਲੇਡੀਜ਼ ਦੀ ਨਿਸ਼ਾਨਦੇਹੀ ਤੇ ਉਹਨਾਂ ਨੇ ਦਿੱਲੀ ਦੇ ਵਿੱਚੋਂ 3 ਨਾਈਜੀਰੀਅਨ ਫੜੇ, ਜਿਨ੍ਹਾਂ ਦੇ ਵਿੱਚੋਂ 2 ਮੇਲ ਸੀ ਔਰ ਇੱਕ ਯੁਗਾਂਡਾ ਦੀ ਇੱਕ ਮਹਿਲਾ ਸੀ। ਅਫਰੀਕਨ 3 ਲੋਕਾਂ ਨੂੰ ਫੜਿਆ। ਹੁਣ ਉਹ ਕਿੱਥੇ ਇੱਕ ਛੋਟਾ ਜਿਹਾ ਪਿੰਡ ਔਰ ਕਿੱਥੇ ਦਿੱਲੀ ਦਾ ਨੈਕਸਸ ਜੁੜਿਆ ਹੋਇਆ। ਔਰ ਉਹ ਦਿੱਲੀ ਦੇ ਜਿਹੜੇ ਉਹਨਾਂ ਅਫਰੀਕਨਸ ਨੂੰ ਜਦੋਂ CIA ਸਟਾਫ ਨੂੰ ਜਾ ਕੇ ਪੁੱਛਗਿੱਛ ਕੀਤੀ ਗਈ ਤਾਂ ਜੋ ਮੇਰੇ ਆਪਣੇ ਸੋਰਸਿਸ ਨੇ ਦੱਸਿਆ, ਉਹ ਕਹਿੰਦੇ ਕਿ ਸਾਨੂੰ ਜਿਹੜੀ ਇਹ ਸਪਲਾਈ ਹੈ ਇਹ ਬਾਰਡਰ ਏਰੀਆ ਤੋਂ ਮਿਲਦੀ ਹੈ।
ਤੁਸੀਂ ਇਹ ਦੇਖੋ ਕਿ ਕਿੱਥੋਂ ਚੀਜ਼ਾਂ ਕਿੱਥੇ ਮੋਹਾਲੀ, ਕਿੱਥੇ ਦਿੱਲੀ ਔਰ ਕਿੱਥੇ ਫਿਰ ਬਾਰਡਰ ਏਰੀਆ ਪੰਜਾਬ ਦਾ। ਸੋ ਇਹ ਨੈਕਸਸ ਬੜਾ ਗ੍ਰਾਸ ਰੂਟ ਲੈਵਲ ਤੇ ਜੁੜਿਆ ਹੈ। ਇਹਦੇ ਚ ਇੱਕ ਇੰਟਰਸਟਿੰਗ ਪੁਆਇੰਟ ਇਹ ਹੈ ਕਿ ਕੋਈ ਵੀ ਪ੍ਰੈਸ ਰਿਲੀਜ਼ ਜਦੋਂ ਸਰਕਾਰੀ ਤੌਰ ਤੇ ਜਾਰੀ ਕੀਤੀ ਜਾਂਦੀ, ਖਾਸ ਕਰਕੇ ਪੁਲਿਸ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਜਾਂਦੀ ਹੈ, ਤਾਂ ਉਹਦਾ ਇੱਕ ਟੈਂਪਲੇਟ, ਇੱਕ ਫਾਰਮੈਟ ਹੁੰਦਾ ਕਿ ਦੋਸ਼ੀ ਦਾ ਨਾਂ ਕੀ ਹੈ, ਉਹਦੇ ਫਾਦਰ ਦਾ ਨਾਂ ਕੀ ਹੈ, ਉਹਦੀ ਉਮਰ ਕਿੰਨੀ ਹੈ ਤੇ ਉਹਦਾ ਐਡਰੈਸ ਕੀ ਹੈ। ਇਸ ਕੇਸ ਦੇ ਵਿੱਚ ਪਾਰਟਿਕੂਲਰਲੀ ਉਹਨਾਂ ਦੀ ਏਜ ਨੂੰ ਨਹੀਂ ਦੱਸਿਆ ਗਿਆ, ਉਹਨਾਂ ਦੀ ਉਮਰ ਨਹੀਂ ਦੱਸੀ ਗਈ। ਜਦੋਂ ਅਸੀਂ ਪੁੱਛਿਆ ਕਿ ਫਲਾਣੇ ਦੀ 7 ਬੰਦੇ ਪੁਲਿਸ ਨੇ ਅਰੈਸਟ ਕੀਤੇ ਸੀ ਕਿ ਫਲਾਣੇ ਦੀ ਏਜ ਕੀ ਹੈ, ਫਲਾਣੇ, ਉਹ ਕਹਿੰਦੇ ਜੀ ਏਜ ਨੂੰ ਛੱਡੋ, ਕੋਈ ਗੱਲ ਨਹੀਂ, ਉੱਪਰੋਂ ਹੁਕਮ ਹੈ ਕਿ ਏਜ ਨਹੀਂ ਦੱਸਣੀ ਕਿਸੇ ਦੀ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਏਜ ਤਾਂ ਵਾਕਈ ਹੀ ਇੱਥੇ ਮੈਟਰ ਕਰਦੀ ਹੈ ਗਵਰਨਮੈਂਟ ਵਾਸਤੇ, ਪਰ ਐਸਾ ਕੁਝ ਨਹੀਂ ਕਿ ਯੂਥ ਨਹੀਂ ਫੜਿਆ ਜਾ ਰਿਹਾ, ਯੂਥ ਫੜਿਆ ਜਾ ਰਿਹਾ। ਸ਼ਬਦੀਸ਼ ਜੀ ਨੇ ਜਿਵੇਂ ਗੱਲ ਕੀਤੀ ਸੀ ਕਿ ਇਹ ਦੇਖਣਾ ਹੋਏਗਾ ਕਿ ਕੋਈ ਲੋਕ ਜਿਹੜੇ ਜੈਨੂਅਨਲੀ ਕੰਪਲੇਂਟ ਕਰਨ, ਉਹਦੇ ਚ ਪੁਲਿਸ ਜਿਹੜਾ ਉਹ ਆਪਣੀਆਂ ਸਾਜ਼ਿਸ਼ਾਂ ਨਾ ਕਰਨੀਆਂ ਸ਼ੁਰੂ ਕਰ ਦਈ ਜਾਂ ਕਿਸੇ ਨੂੰ ਝੂਠੇ ਤੌਰ ਤੇ ਨਾ ਫਸਾਇਆ ਜਾਵੇ। ਆਉਣ ਵਾਲੇ ਦਿਨਾਂ 'ਚ ਇਸ ਚੀਜ਼ ਦੀ ਵੀ ਸੰਭਾਵਨਾ ਹੈਗੀ ਹੈ ਕਿ ਇੱਕ ਦੂਜੇ ਨੂੰ ਫਸਾਉਣ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਇਸ ਤੋਂ ਇਲਾਵਾ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਮੈਡੀਕਲ ਸਟੋਰਸ ਜਾਂ ਜਿਹੜੇ ਡਾਕਟਰਸ ਹੈਗੇ ਨੇ ਪਿੰਡਾਂ ਦੇ ਵਿੱਚ, ਉਹਨਾਂ ਦੀ ਸ਼ਮੂਲੀਅਤ ਤਾਂ ਬਹੁਤ ਦੇਰ ਤੋਂ ਇਹਨਾਂ ਚੀਜ਼ਾਂ ਦੇ ਵਿੱਚ ਚੱਲ ਰਹੀ ਹੈ। ਮੈਂ ਬਹੁਤ ਸਾਰੇ ਐਸੇ ਮੈਡੀਕਲ ਸਟੋਰਸ ਦੇਖੇ ਨੇ ਜਿਹੜੇ ਕਾਲਜਸ ਦੇ ਨਜ਼ਦੀਕ ਹੁੰਦੇ ਨੇ ਔਰ ਉਹ ਬਕਾਇਦਾ ਬੜੀ ਵਧੀਆ ਤਰੀਕੇ ਨਾਲ ਸਰਵਾਈਵ ਕਰਦੇ ਨੇ। ਤਾਂ ਜੇ ਅਸੀਂ ਕਹੀਏ ਕਿ ਅੱਜ ਪੁਲਿਸ ਆ ਕੇ ਐਕਟਿਵ ਹੋਈ ਹੈ, ਤਾਂ ਪੁਲਿਸ ਮੁਲਾਜ਼ਮ ਪਹਿਲਾਂ ਵੀ ਉਹੀ ਸੀ, ਪੁਲਿਸ ਦੇ ਅਫਸਰ ਪਹਿਲਾਂ ਵੀ ਉਹੀ ਸੀ। ਮੈਂ ਤਾਂ ਹੀ ਇੱਕ ਸਵਾਲ ਰੱਖਿਆ ਸੀ ਪਰਮਜੀਤ ਜੀ ਕਿ ਪੁਲਿਸ ਦੇ ਦੇਖ ਰੇਖ ਵਿੱਚ ਚੱਲ ਰਿਹਾ ਸੀ, ਪੁਲਿਸ ਇਨਵੋਲਵ ਸੀ, ਥਾਣੇ ਸੈਂਟਰ ਬਣੇ ਹੋਏ ਸੀ। ਇਹੋ ਜਿਹੇ ਮਾਹੌਲ ਦੇ ਵਿੱਚ ਕਿੰਨੀ ਉਮੀਦ ਕੀਤੀ ਜਾ ਸਕਦੀ ਹੈ ਕਿ ਪੁਲਿਸ ਜਿਹੜੀ ਹੈਗੀ ਇਮਾਨਦਾਰੀ ਨਾਲ ਜਿਹੜੀ ਹੈ ਕੰਮ ਕਰਕੇ ਪੰਜਾਬ ਨੂੰ ਡਰੱਗ ਫ੍ਰੀ ਕਰ ਦੇਗੀ? ਦੇਖੋ, ਮੈਂ ਪੁਲਿਸ ਤੋਂ, ਜੇ ਮੈਂ ਆਪਣੀ ਨਿੱਜੀ ਰਾਏ ਦੇਵਾਂ ਤਾਂ ਪੁਲਿਸ ਤੋਂ ਮੈਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਅੰਟਿਲ ਐਂਡ ਅਨਲੈਸ ਜਦੋਂ ਤੱਕ ਉੱਪਰੋਂ ਗਵਰਨਮੈਂਟ ਵੱਲੋਂ ਕੋਈ ਡੰਡਾ ਨਹੀਂ, ਉਹਨਾਂ ਨੂੰ ਤਕੜਾ ਨਹੀਂ ਚੜਦਾ। ਔਰ ਉਸ ਤੋਂ ਅਗਲੀ ਗੱਲ ਹੈ ਕਿ ਪੁਲਿਸ ਥਾਣਿਆਂ ਨੂੰ ਕਿਤੇ ਨਾ ਕਿਤੇ ਟਾਰਗੇਟ ਦਿੱਤੇ ਗਏ ਨੇ ਕਿ ਤੁਸੀਂ ਆਪਣੀ ਰਿਪੋਰਟ ਜਿਹੜੀ ਆ ਉਹ ਪੇਸ਼ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਡਰੱਗਿਸਟ ਹੈਗੇ ਨੇ, ਕਿੰਨੀ ਡਰੱਗ ਸਪਲਾਈ ਹੋ ਰਹੀ ਹੈ, ਉਹਦੇ 'ਚ ਤੁਸੀਂ ਕਿੰਨੀ ਕਾਰਵਾਈ ਕੀਤੀ ਹੈ। ਕਿਤੇ ਨਾ ਕਿਤੇ ਪੁਲਿਸ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਗਿਲਟੀ ਲੋਕ ਨੇ, ਉਹਨਾਂ ਦੇ ਵਿੱਚ ਵੀ ਬੇਚੈਨੀ ਸਾਫ਼ ਦੇਖੀ ਜਾ ਰਹੀ ਹੈ। ਅਗਰ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਮੇਰੇ ਤੋਂ ਪੁੱਛੋ, ਸਾਫ਼ ਬੇਚੈਨੀ ਦੇਖੀ ਜਾ ਰਹੀ ਹੈ। ਪਰ ਇਹ ਚੀਜ਼ ਜਿਹੜੀ ਆ ਉਹਦਾ ਪ੍ਰੈਕਟੀਕਲ ਰਿਜ਼ਲਟ ਕੀ ਆਉਂਦਾ, ਕੰਕਰੀਟ ਰਿਜ਼ਲਟ ਉਹਦਾ ਕੀ ਨਿਕਲ ਕੇ ਆਏਗਾ, ਇਹ ਆਉਣ ਵਾਲਾ ਟਾਈਮ ਦੱਸੇਗਾ। ਅਸੀਂ ਸ਼ੁਰੂਆਤ ਦੇ ਮਤਲਬ ਆਗਾਜ਼ ਤੋਂ ਅਸੀਂ ਅੰਜਾਮ ਦੀ ਗੱਲ ਨਹੀਂ ਹਲੇ ਅਸੀਂ ਸੋਚ ਸਕਦੇ। ਇਹ ਹਲੇ ਚੀਜ਼ਾਂ ਥੋੜਾ ਜਿਹਾ ਸਮਾਂ ਲੈਣਗੀਆਂ। ਪ੍ਰੈਕਟੀਕਲੀ ਕੀ ਸਾਹਮਣੇ ਨਿਕਲ ਕੇ ਆਉਂਦਾ, ਉਹਦੇ ਚ ਕਿੰਨੇ ਲੋਕ ਸੱਚ ਨੇ, ਕਿੰਨੇ ਝੂਠ ਨੇ। ਪੁਲਿਸ ਦਾ ਜਿੰਨਾ ਕਿ ਮੈਂ ਹੁਣ ਤੱਕ ਦੇਖ ਪਾ ਰਿਹਾ, ਮੋਹਾਲੀ, ਚੰਡੀਗੜ੍ਹ ਦੇ ਆਸ-ਪਾਸ, ਉੱਥੇ ਜ਼ਿਆਦਾਤਰ ਉਹਨਾਂ ਦਾ ਫੋਕਸ ਜਿਹੜਾ ਅਫਰੀਕਨ ਜਿਹੜੇ ਨੌਜਵਾਨ ਹੈਗੇ ਨੇ, ਉਹ ਅਫਰੀਕਨ ਕਮਿਊਨਿਟੀ, ਉਹਨਾਂ ਦੇ ਜ਼ਿਆਦਾ ਹੈ। ਮੈਡੀਕਲ ਸਟੋਰਾਂ ਦੇ ਛਾਪੇ ਪੈਂਦੇ ਜ਼ਰੂਰ ਨੇ, ਪਰ ਉਹ ਛਾਪੇ ਪੈਂਦੇ ਨੇ, ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਹੁੰਦੀ। ਐਸਾ ਕੁਝ ਨਹੀਂ ਦਿਖਾਇਆ ਜਾਂਦਾ ਕਿ ਉੱਥੇ ਕੁਝ ਕੀਤਾ ਗਿਆ। ਜੋ ਮੇਰੇ ਆਪਣੇ ਵੀ ਜੋ ਕੁਝ ਮੇਰੇ ਸਰਕਲ ਦੇ ਵਿੱਚ ਲੋਕ ਨੇ, ਉਹ ਕਈ ਵਾਰੀ ਕੋਈ ਐਸਐਚਓ ਕਿਤੇ ਜਾ ਕੇ ਕਿਸੇ ਮੈਡੀਕਲ ਸਟੋਰ ਦੇ ਵਿੱਚ ਛਾਪਾ ਮਾਰਦਾ, ਉੱਥੋਂ WhatsApp ਤੇ ਫੋਟੋ ਖਿੱਚ ਕੇ ਮੈਨੂੰ ਭੇਜ ਦਿੰਦੇ ਕਿ ਭਾਜੀ ਅਸੀਂ ਅੱਜ ਆਹ ਛਾਪਾ ਮਾਰਿਆ। ਉਹ ਛਾਪੇ ਦਾ ਆਊਟਕਮ ਕੀ ਆ ਉਹ ਕਿਸੇ ਨੂੰ ਨਹੀਂ ਪਤਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣਾ ਹੈਗਾ ਕਿ ਪ੍ਰੈਕਟੀਕਲ ਕਿੰਨਾ ਚੱਲ ਰਿਹਾ ਔਰ ਦਿਖਾਵਾ ਕਿੰਨਾ ਚੱਲ ਰਿਹਾ ਇਹਦੇ ਵਿੱਚ। ਜੀ ਤੁਸੀਂ ਗੱਲ ਕੀਤੀ ਹੈ ਟਾਰਗੇਟ ਦੇ ਦਿੱਤੇ ਜਾਂਦੇ, ਮੈਂ ਇੱਥੇ ਹੀ ਆਉਣਾ ਚਾਹੁੰਦਾ ਸੀ, ਇਸੇ ਕਰਕੇ ਵਾਰ-ਵਾਰ ਮੈਂ ਜ਼ਿਕਰ ਕਰ ਰਿਹਾ ਸੀ ਕਿ ਇਹ ਅਕਸਰ ਦੇਖਿਆ ਗਿਆ ਕਿ ਪੰਜਾਬ ਪੁਲਿਸ ਨੂੰ ਟਾਰਗੇਟ ਦਿੱਤੇ ਜਾਂਦੇ ਨੇ। ਹੁੰਦਾ ਕੀ ਹੈ ਕਿ ਉਹ 200 ਗ੍ਰਾਮ ਫੀਮ, 500 ਗ੍ਰਾਮ ਫੀਮ, 1 ਕਿਲੋ ਕੋਈ ਨਾ ਕੋਈ ਨਸ਼ਾ ਜਿਹੜਾ ਉਹ ਦਿਖਾਲ ਕੇ ਉਹ ਕਾਰਵਾਈ ਜਿਹੜੀ ਹੈਗੀ ਆ ਉਹ ਪੂਰੀ ਕਰਨੀ ਸ਼ੁਰੂ ਕਰ ਦਿੰਦੇ। ਔਰ ਇਹ ਸਾਲਾਂ ਤੋਂ ਹੁੰਦਾ ਆ ਰਿਹਾ ਕਿ ਜਦੋਂ ਵੀ ਪੁਲਿਸ ਦੇ ਉੱਪਰ ਸਰਕਾਰ ਕੋਈ ਸ਼ਿਕੰਜਾ ਕੱਸਦੀ ਹੈ ਤਾਂ ਪੁਲਿਸ ਜਿਹੜੀ ਹੈਗੀ ਆ ਉਹਨੂੰ ਬੜੇ ਹੀ ਇੱਕ ਢੰਗ ਤਰੀਕੇ ਦੇ ਨਾਲ ਕੁਛ ਇੱਕ ਲੋਕਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਸਿੱਟ ਦਿੰਦੀ ਹੈ। ਥੋੜੀ ਬਹੁਤ ਡਰੱਗ ਫੜ ਕੇ ਜਿਹੜੀ ਹੈਗੀ ਆ ਉਹ ਦਿਖਾਲ ਦਿੱਤੀ ਜਾਂਦੀ ਹੈ। ਔਰ ਹਰ ਮਹੀਨੇ ਇਹ ਜਿਹੜਾ ਹੈ ਹਰ ਇੱਕ ਥਾਣੇਦਾਰ ਆਪਣੇ ਆਪ ਨੂੰ ਬਚਾਉਣ ਖਾਤਰ ਕੁਛ ਨਾ ਕੁਛ ਲੋਕਾਂ ਨੂੰ ਫੜ ਕੇ ਅੰਦਰ ਕਰਦਾ ਰਹਿੰਦਾ ਹੈ। ਫਿਰ ਜ਼ਮਾਨਤਾਂ ਤੇ ਉਹ ਲੋਕ ਬਾਹਰ ਚਲੇ ਜਾਂਦੇ ਨੇ ਔਰ ਨਸ਼ਾ ਥੋੜਾ ਬਹੁਤ ਫੜ ਕੇ ਜਿਹੜਾ ਉਹ ਦਿਖਾ ਦਿੱਤਾ ਜਾਂਦਾ। ਔਰ ਇੱਥੇ ਤੱਕ ਵੀ ਸੁਣਨੇ ਵਿੱਚ ਆਇਆ ਕਿ ਅਗਰ 50 ਕਿਲੋ ਕਿਤੋਂ ਫੜੀ ਜਾਂਦੀ ਹੈ ਤਾਂ 5 ਕਿਲੋ ਦਿਖਾਲੀ ਜਾਂਦੀ, 45 ਕਿਲੋ ਪੁਲਿਸ ਆਪ ਰੱਖ ਲੈਂਦੀ, ਜਿਹੜੀ ਬਾਅਦ ਦੇ ਵਿੱਚ ਲੋਕਾਂ ਵਿੱਚ ਸਪਲਾਈ ਕੀਤੀ ਜਾਂਦੀ ਹੈ। ਪਰਮਜੀਤ ਜੀ ਇਸ ਗੱਲ ਨਾਲ ਸਹਿਮਤ ਹਾਂ। ਔਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਅੱਜ ਤੋਂ 1 ਸਾਲ ਬਾਅਦ ਜਦੋਂ ਪੁਲਿਸ ਦੇ ਜਿਹੜੇ ਰੇਸ਼ੋ ਆਣੀ ਸ਼ੁਰੂ ਹੋਏਗੀ ਨਾ ਡਰੱਗਸ ਦੀ, ਕਿ ਅਸੀਂ ਕਿੰਨੇ ਲੋਕ ਫੜੇ, ਕਿੰਨੇ ਲੋਕ ਨਹੀਂ ਫੜੇ, ਉਹ ਹੌਲੀ ਹੌਲੀ ਘਟਦੀ ਜਾਏਗੀ। ਗਵਰਨਮੈਂਟ ਦਾ ਇੱਕ ਪ੍ਰੋਪੇਗੈਂਡਾ ਦਾ ਇੱਕ ਤਰੀਕਾ ਹੁੰਦਾ ਕਿ ਉਹਨਾਂ ਨੇ ਸ਼ੋਅ ਕਰਨਾ ਹੁੰਦਾ ਕਿ ਦੇਖੋ ਜੀ ਅੱਜ ਤੋਂ ਸਾਲ ਪਹਿਲਾਂ ਅਸੀਂ ਇੰਨੇ ਲੋਕ ਫੜੇ ਸੀ, ਹੁਣ ਸਾਡੀ ਇੰਨੀ ਸਖਤ ਕਾਰਵਾਈ ਦੇ ਨਾਲ ਇੰਨੇ ਲੋਕ ਘਟ ਗਏ, ਪੰਜਾਬ ਦੇ ਵਿੱਚ ਨਸ਼ਾ ਇੰਨਾ ਕੁ ਰਹਿ ਗਿਆ। ਜਦ ਕਿ ਇਹ ਇੰਨਾ ਡੀਪ ਲੈਵਲ ਤੇ ਪਹੁੰਚਿਆ ਹੋਇਆ ਕਿ ਸ਼ਾਇਦ ਸਾਡੇ ਦਰਸ਼ਕਾਂ ਦੇ ਜਾਂ ਸਾਡੇ ਤੁਹਾਡੇ ਦਿਮਾਗ ਤੋਂ ਵੀ ਬਾਹਰ ਦੀ ਗੱਲ ਹੈ ਕਿ ਕਿਸ ਲੈਵਲ ਤੱਕ ਇਹ ਨਸ਼ਾ ਜਿਹੜਾ ਉਹ ਸਪਲਾਈ ਹੋ ਰਿਹਾ ਔਰ ਕਿੱਥੋਂ ਚੇਨਾਂ ਚੱਲ ਰਹੀਆਂ ਨੇ, ਕਿੱਥੇ ਤੱਕ ਜਾ ਰਹੀਆਂ ਨੇ। ਜੇ ਪੁਲਿਸ ਵਾਕਈ ਇਮਾਨਦਾਰ ਹੈ ਇਸ ਚੀਜ਼ ਨੂੰ ਲੈ ਕੇ, ਜੇ ਕਾਂਗਰਸ ਗਵਰਨਮੈਂਟ ਵਾਕਈ ਇਮਾਨਦਾਰ ਹੈ ਇਸ ਚੀਜ਼ ਨੂੰ ਲੈ ਕੇ, ਤਾਂ ਉਹਨਾਂ ਨੂੰ ਕਾਰਵਾਈ ਬੜੀ ਤੇਜ਼ੀ ਨਾਲ ਔਰ ਬੜੇ ਗ੍ਰਾਸ ਰੂਟ ਲੈਵਲ ਤੇ ਕਰਨੀ ਪਏਗੀ, ਬਜਾਏ ਦਿਖਾਵੇ। ਬਿਲਕੁਲ ਜਿਸ ਤਰੀਕੇ ਦੇ ਨਾਲ
ਇਹ ਨੈਕਸਸ ਸਮਝ ਦੇ ਵਿੱਚ ਆ ਰਿਹਾ ਕਿ ਥਾਣੇ ਵੀ, ਪੁਲਿਸ ਮੁਲਾਜ਼ਮ ਵੀ, ਸਰਪੰਚ, ਮੈਡੀਕਲ ਸਟੋਰ ਤੇ ਜਿਹੜੇ ਛੋਟੇ ਡਾਕਟਰ ਹੈਗੇ ਆ ਜਿਨ੍ਹਾਂ ਦੇ ਕੋਲ ਲੋਕੀ ਜਾ ਕੇ ਅਕਸਰ ਅਸੀਂ ਵੀ ਦੇਖਦੇ ਰਹੇ ਪਿੰਡਾਂ ਦੇ ਵਿੱਚ ਇੰਜੈਕਸ਼ਨ, ਦਰਦ ਦਾ ਇੰਜੈਕਸ਼ਨ ਕਹਿ ਕੇ ਇੰਜੈਕਸ਼ਨ ਲਗਵਾ ਕੇ ਆਉਂਦੇ ਆ ਪਿੰਡਾਂ ਦੇ ਵਿੱਚ। ਅਕਸਰ ਜਿਹੜੇ ਹੈਗੇ ਲੋਕਾਂ ਨੂੰ ਕੈਪਸੂਲ ਖਾਂਦੇ ਦੇਖਿਆ ਅਸੀਂ ਮੈਡੀਕਲ ਸਟੋਰਾਂ ਤੋਂ ਲਿਆ ਕੇ। ਅਗਰ ਮੇਰਾ ਖਿਆਲ ਆ ਪੰਜਾਬ ਦੇ ਵਿੱਚ 12-13 ਹਜ਼ਾਰ ਤੇ ਪਿੰਡ ਹੀ ਹੈ ਤੇ ਗ੍ਰਿਫਤਾਰੀਆਂ ਦਾ ਨੰਬਰ ਤੇ ਮੇਰਾ ਖਿਆਲ ਹੈ ਲੱਖਾਂ ਦੇ ਵਿੱਚ ਪਹੁੰਚ ਜਾਣਾ ਜੀ। 22,000 ਪਿੰਡ ਨੇ ਜੀ ਪੰਜਾਬ ਦੇ ਵਿੱਚ ਇਸ ਟਾਈਮ, 22,000 ਸਮਥਿੰਗ। ਮੈਂ ਉਹੀ ਕਹਿ ਰਿਹਾ ਨਾ ਕਿ ਇਹ ਤਾਂ ਲੱਖਾਂ ਦੇ ਵਿੱਚ ਨੰਬਰ ਜਾ ਸਕਦਾ, ਫਿਰ ਇੰਨੇ ਲੋਕਾਂ ਨੂੰ ਪੁਲਿਸ ਗ੍ਰਿਫਤਾਰ ਵੀ ਨਹੀਂ ਕਰ ਸਕਦੀ ਸ਼ਾਇਦ। ਨਹੀਂ ਕਰ ਸਕਦੀ, ਬਿਲਕੁਲ ਨਹੀਂ ਕਰ ਸਕਦੀ। ਸ਼ਬਦੀਪ ਜੀ, ਥਾਣੇ ਇਨਵੋਲਵ ਨੇ, ਮੇਰਾ ਸਵਾਲ ਤੁਹਾਡੇ ਵਾਸਤੇ ਹੈ ਕਿ ਪੁਲਿਸ ਖੁਦ ਇਨਵੋਲਵ ਹੈ। ਕੈਪਟਨ ਸਾਹਿਬ ਨੇ ਹਾਲਾਂਕਿ STF ਬਣਾਈ ਹੈ, ਸਪੈਸ਼ਲ ਟਾਸਕ ਫੋਰਸ ਬਣਾਈ ਹੈ ਡਰੱਗ ਦੇ ਵਾਸਤੇ ਵੱਖਰੀ। ਕੀ ਲੱਗਦਾ ਤੁਹਾਨੂੰ ਕਿ ਕੈਪਟਨ ਸਾਹਿਬ ਨੇ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ, ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਪੰਜਾਬ ਪੁਲਿਸ ਦੀ ਬਹੁਤ ਵੱਡੀ ਇਨਵੋਲਵਮੈਂਟ ਆ, ਇਸ ਕਰਕੇ ਸਪੈਸ਼ਲ ਟਾਸਕ ਫੋਰਸ ਬਣਾ ਦਿੱਤੀ ਗਈ ਤਾਂ ਕਿ ਪੁਲਿਸ ਵਾਲਿਆਂ ਦੇ ਉੱਪਰ ਵੀ ਇੱਕ ਚੈੱਕ ਰਹਿ ਸਕੇ, ਜਾਂ ਜਿਹੜੇ ਲੋਕ ਨਸ਼ੇ ਦੇ ਨਾਲ ਲੜ ਰਹੇ ਨੇ, ਨਸ਼ੇ ਦੇ ਵਿਰੋਧ ਦੇ ਵਿੱਚ ਲੜ ਰਹੇ ਨੇ, ਉਹ ਪੰਜਾਬ ਪੁਲਿਸ ਦੇ ਥਾਣਿਆਂ ਤੋਂ ਵੱਖਰਾ ਹੋ ਕੇ ਕੰਮ ਕਰ ਸਕਣ? ਕੁਲਵੀਰ ਜੀ, ਜਿਵੇਂ ਸਾਨੂੰ ਨਜ਼ਰ ਆ ਰਿਹਾ, ਜਿਵੇਂ ਸ਼ੰਕਾ ਉੱਭਰ ਕੇ ਸਾਹਮਣੇ ਆ ਰਿਹਾ, ਉਹਦੇ ਤੋਂ ਇਹ ਲੱਗਦਾ ਕਿ ਬਹੁਤ ਸਾਰੇ ਥਾਣੇ ਹੀ ਨਸ਼ਾ ਵਰਤਾਊ ਕੇਂਦਰ ਬਣ ਚੁੱਕੇ ਨੇ। ਪਰ ਜੇ ਇਹ ਸੱਚ ਆ ਤਾਂ ਇਹਦੇ ਬਾਰੇ ਸਾਨੂੰ ਥੋੜਾ ਦੂਸਰੇ ਤਰੀਕੇ ਨਾਲ ਵੀ ਸੋਚਣਾ ਪਏਗਾ। ਅਸੀਂ ਜਦੋਂ ਇਹ ਸੋਚਦੇ ਹਾਂ ਕਿ ਜੇ ਥਾਣੇ ਹੀ ਇਹ ਕੇਂਦਰ ਬਣੇ ਹੋਏ ਨੇ ਤਾਂ ਨਵੀਂ ਸਰਕਾਰ ਆਉਣ ਦੇ ਨਾਲ ਕੀ ਫਰਕ ਪੈ ਜਾਏਗਾ, ਇਹਨੂੰ ਥੋੜਾ ਇੱਕ ਅਲੱਗ ਐਂਗਲ ਤੋਂ ਵੀ ਸੋਚੇ ਜਾਣ ਦੀ ਜ਼ਰੂਰਤ ਹੈ। ਕਿਉਂਕਿ ਅਸੀਂ ਪੁਲਿਸ ਦੇ ਕਿਰਦਾਰ ਨੂੰ ਕੋਈ ਬਹੁਤ ਸਦਾਚਾਰਕ ਪੱਖ ਤੋਂ ਬਹੁਤ ਉੱਚਾ ਕਿਰਦਾਰ ਨਹੀਂ ਤਸਲੀਮ ਕਰ ਸਕਦੇ ਕਿ ਪੁਲਿਸ ਬਦਲੀ ਹੋਈ ਸਰਕਾਰ ਦੀ ਸਿਚੁਏਸ਼ਨ ਦੇ ਵਿੱਚ ਬਦਲੇ ਹੋਏ ਕਿਸਮ ਦੇ ਜਿਹੜੇ ਅੰਕੜੇ ਆ ਉਹਨਾਂ ਨੂੰ ਪੇਸ਼ ਕਰਨ ਦੇ ਵਿੱਚ ਹੈਲਪਫੁਲ ਨਹੀਂ ਹੋਏਗੀ। ਜੇ ਬਹੁਤ ਸਾਰੇ ਪੁਲਿਸ ਵਾਲੇ ਇਨਵੋਲਵ ਨੇ ਤਾਂ ਇਹਦੇ ਵਿੱਚ ਇਹ ਵੀ ਇੱਕ ਮਸਲਾ ਆ ਕੇ ਬਣ ਗਿਆ ਕਿ ਜੇ ਸਰਕਾਰ ਸੀਰੀਅਸਲੀ ਐਕਟ ਕਰ ਰਹੀ ਆ ਤਾਂ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਪਿਛਲੀ ਸਰਕਾਰ ਵੇਲੇ ਪਿਛਲੇ ਨੇਤਾਵਾਂ ਕਰਕੇ ਇਨਵੋਲਵ ਹੋ ਚੁੱਕੇ ਸਨ, ਕਮਾਈਆਂ ਕਰ ਰਹੇ ਸਨ, ਉਹਨਾਂ ਨੂੰ ਕਮਾਈਆਂ ਕਰਵਾ ਰਹੇ ਸਨ, ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਇਸ ਹੱਦ ਤੱਕ ਵੀ ਜਾ ਸਕਣਗੇ ਕਿ ਉਹ ਉਹਨਾਂ ਨੇਤਾਵਾਂ ਦੇ ਖਿਲਾਫ ਤੱਥ ਇਕੱਠੇ ਕਰਨ ਦੇ ਵਿੱਚ ਵੀ ਹੈਲਪਫੁਲ ਹੋ ਜਾਣ। ਕਿਉਂਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਰਿਹਾ ਔਰ ਅੱਜ ਦੀ ਤਰੀਕ ਦੇ ਵਿੱਚ ਉਹ ਕਿਸੇ ਵੱਡੀ ਮੱਛੀ ਨੂੰ ਫੜਾਉਣ ਦੇ ਵਿੱਚ ਹੈਲਪਫੁਲ ਹੋ ਰਿਹਾ ਤਾਂ ਸਰਕਾਰ ਦੀ ਪੂਰੀ ਇਹ ਕੋਸ਼ਿਸ਼ ਰਹੇਗੀ ਕਿ ਉਹਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਦੇ ਵੱਲੋਂ ਦਿੱਤੇ ਗਏ ਤੱਥਾਂ ਨੂੰ ਅਹਿਮੀਅਤ ਦੇ ਦਿੱਤੀ ਜਾਵੇ ਔਰ ਵੱਡੀਆਂ ਮੱਛੀਆਂ ਤੱਕ ਪਹੁੰਚ ਲਿਆ ਜਾਵੇ। ਕਿਉਂਕਿ ਪੁਲਿਸ ਬੇਸ਼ੱਕ ਤੰਤਰ ਦੇ ਪੱਖ ਤੋਂ ਬਹੁਤ ਵੱਡੀ ਮੱਛੀ ਗਿਣੀ ਜਾ ਸਕਦੀ ਹੈ, ਪਰ ਫਿਰ ਵੀ ਨਸ਼ੇ ਦੀ ਸੁਦਾਗਰੀ ਦੇ ਵਿੱਚ ਪੁਲਿਸ ਇੱਕ ਉਸ ਨੈਟਵਰਕ ਦੀ ਇੱਕ ਲੇਨ ਬਣਦੀ ਹੈ, ਨਾ ਕਿ ਪੁਲਿਸ ਹੀ ਕੋਈ ਅੰਤਮ ਅਤੇ ਪਹਿਲਾ ਸਟੈਪ ਬਣਦੀ ਹੈਗੀ ਨਸ਼ੇ ਦੇ ਕੇਂਦਰ ਦੇ ਵਿੱਚ। ਇਸ ਕਰਕੇ ਪੁਲਿਸ ਦੇ ਬਹੁਤ ਸਾਰੇ ਜਿਹੜੇ ਅਫਸਰਾਨ ਹੋਣਗੇ, ਬਹੁਤ ਸਾਰੇ ਮੁਲਾਜ਼ਮ ਹੋਣਗੇ, ਉਹ ਇਸ ਕੜੀ ਦੇ ਵਿੱਚ ਬਿਲਕੁਲ ਹੁਣ ਉਲਟੀ ਦਿਸ਼ਾ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਸਕਦੇ ਨੇ ਔਰ ਇਸੇ ਗੱਲ ਦਾ ਲਾਹਾ ਪੁਲਿਸ ਪੱਖ ਤੋਂ ਜਿਹੜਾ ਲਿਆ ਜਾਵੇਗਾ। ਨਵੀਂ ਜਿਹੜੀ ਸਰਕਾਰ ਹੈ ਜੇ ਉਹ ਓਨੈਸਟੀ ਦੇ ਨਾਲ ਇਸ ਕੰਮ ਨੂੰ ਅੱਗੇ ਵਧਾਉਂਦੀ ਹੈ ਤਾਂ ਉਹ ਉਸੇ ਚੈਨਲ ਨੂੰ ਬਹੁਤ ਬਾਖੂਬੀ ਵਰਤ ਵੀ ਸਕਦੀ ਹੈ। ਇਸ ਗੱਲ ਦੀ ਸੰਭਾਵਨਾ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਜੇ ਅਸੀਂ ਮਾਲਵੇ ਦੀ ਗੱਲ ਕਰੀਏ ਤਾਂ ਮਾਲਵਾ ਖੇਤਰ ਦੇ ਵਿੱਚ ਅਫੀਮ ਤੇ ਭੁੱਕੀ ਇੱਕ ਵੱਡੀ ਸਮੱਸਿਆ ਹੋ ਸਕਦੀ ਹੈ ਵੀ, ਪਰ ਅਸਲ ਸਮੱਸਿਆ ਪੰਜਾਬ ਦੀ ਅਫੀਮ ਤੇ ਭੁੱਕੀ ਨਹੀਂ ਹੈ ਜਿਹੜੀ ਬਹੁਤ ਕਰਕੇ ਮਾਲਵਾ ਖੇਤਰ ਦੇ ਵਿੱਚ ਆ। ਹਾਲਾਂਕਿ ਮਾਲਵੇ ਦੇ ਵੀ ਉਹ ਬਹੁਤ ਦੂਰ ਦੂਰ ਤੱਕ ਪਹੁੰਚ ਜਾਂਦੀ ਹੈ, ਪਰ ਅਸਲ ਸਮੱਸਿਆ ਜਿਹੜੀ ਮਾਲਵੇ ਸਮੇਤ ਪੂਰੇ ਪੰਜਾਬ ਦੀ ਹੈ ਉਹ ਆ ਸਿੰਥੈਟਿਕ ਚਿੱਟੇ ਦੀ। ਔਰ ਸਿੰਥੈਟਿਕ ਚਿੱਟੇ ਦਾ ਜਿਹੜਾ ਤਾਣਾ ਬਾਣਾ ਤੋੜਨਾ ਉਹ ਕਾਫੀ ਔਖਾ ਹੋਏਗਾ ਸਰਕਾਰ ਦੇ ਲਈ। ਜਿਨ੍ਹਾਂ ਦਿਨਾਂ ਦੇ ਵਿੱਚ ਫਿਲਮ ਦਾ ਵਿਵਾਦ ਚੱਲ ਰਿਹਾ ਸੀ ਉਦੋਂ ਕੁਝ ਨੈਸ਼ਨਲ ਲੈਵਲ ਦੇ ਚੈਨਲਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸਟਿੰਗ ਕਰਕੇ ਜਿਹੜੀਆਂ ਗੱਲਾਂ ਉਭਾਰ ਕੇ ਸਾਹਮਣੇ ਲਿਆਂਦੀਆਂ ਸਨ ਉਹ ਇੰਨੀਆਂ ਦਿਲਚਸਪ ਨੇ ਔਰ ਇੰਨੀਆਂ ਉਹਨਾਂ ਦੇ ਵਿੱਚ ਫਿਲਮੀ ਅੰਸ਼ ਨੇ ਔਰ ਇੰਨਾ ਉਹਨਾਂ ਦੇ ਵਿੱਚ ਤਾਣੇ ਬਾਣੇ ਦੇ ਜਿਹੜੀ ਤੰਦ ਹੈ ਉਹ ਇੰਨੀ ਮਜ਼ਬੂਤ ਹੈ ਕਿ ਉਹਨੂੰ ਤੋੜਨਾ ਸੌਖਾ ਨਹੀਂ। ਮੈਂ 2-3 ਐਸੀਆਂ ਵੀਡੀਓਜ਼ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਚੈਨਲਾਂ ਨੇ ਆਪਣੇ ਆਪ ਨੂੰ ਨਸ਼ਾ ਖਰੀਦਣ ਦੇ ਲਈ
ਪੇਸ਼ ਕੀਤਾ ਔਰ ਨਸ਼ਾ ਜਦੋਂ ਉਹਨਾਂ ਨੇ ਖਰੀਦਣ ਦੇ ਲਈ ਆਪਣੇ ਆਪ ਨੂੰ ਰੋਪੜ ਦੇ ਵਿੱਚ ਪੇਸ਼ ਕੀਤਾ ਤਾਂ ਉਹਨਾਂ ਨੂੰ ਜਿਹੜੇ ਥਾਂ ਦੱਸੀ ਗਈ ਕਿ ਉਹਨਾਂ ਨੂੰ ਨਸ਼ਾ ਮਿਲੇਗਾ, ਕਿਸੇ ਨੂੰ ਜਗਰਾਉਂ ਦੇ ਵਿੱਚ ਉਹ ਨਸ਼ਾ ਮਿਲਣ ਦੀ ਥਾਂ ਦੱਸੀ ਗਈ ਔਰ ਜਦੋਂ ਉਹਨਾਂ ਨੇ ਨਸ਼ਾ ਦੇਣ ਆਏ ਬੰਦੇ ਦਾ ਸਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਚੋਂ ਗੱਲਾਂ ਇਹ ਨਿਕਲ ਕੇ ਆਈਆਂ ਕਿ ਜਿਹੜਾ ਬੰਦਾ ਨਸ਼ਾ ਫੜਾਉਣ ਜਾਏਗਾ ਉਹ ਬੰਦੇ ਦੀ ਪਛਾਣ ਦੇ ਆਧਾਰ ਦੇ ਉੱਤੇ ਸਿਰਫ ਕੁੜੀ ਫੜਾਏਗਾ, ਪੈਸਿਆਂ ਬਾਰੇ ਨਹੀਂ ਪੁੱਛੇਗਾ, ਕੁਝ ਨਹੀਂ ਕਰੇਗਾ, ਪੈਸੇ ਹੋਰ ਕਿਤੇ ਦਿੱਤੇ ਜਾ ਚੁੱਕੇ ਨੇ, ਉਹਨੇ ਸਿਰਫ ਕੁੜੀ ਫੜਾਉਣੀ ਹੈ ਔਰ ਉਹਨੇ ਸਹੀ ਪਛਾਣ ਦੇ ਆਧਾਰ ਦੇ ਉੱਤੇ ਫੜਾਉਣੀ ਹੈ ਔਰ ਵਿਦਨ 1 ਮਿੰਟ ਉਹਨੇ ਸਾਰੀ ਕਾਰਵਾਈ ਮੁਕੰਮਲ ਕਰਨੀ ਹੈ। ਉਸ ਤੋਂ ਬਾਅਦ ਜੇ ਕੋਈ ਉਹਦੇ ਨਾਲ ਗੱਲਾਂ ਕਰਨੀਆਂ ਚਾਹੇ ਤੇ ਉਹਨੇ ਗੱਲਾਂ ਬਿਲਕੁਲ ਵੀ ਉਹਦੇ ਨਾਲ ਨਹੀਂ ਕਰਨੀਆਂ, ਕਿਉਂਕਿ ਪਹਿਲਾਂ ਹੀ ਸ਼ੰਕਾ ਪ੍ਰਗਟ ਕਰਕੇ ਚੱਲ ਰਹੇ ਨੇ ਤਾਣੇ ਬਾਣੇ ਵਾਲੇ ਕਿ ਜਿਹੜੇ ਲੋਕ ਨਸ਼ਾ ਖਰੀਦਣ ਦੇ ਰੂਪ ਦੇ ਵਿੱਚ ਪਹਿਲੀ ਵਾਰ ਉਹਨਾਂ ਸਾਹਮਣੇ ਪੇਸ਼ ਹੋ ਰਹੇ ਨੇ, ਕੀ ਉਹ ਸੱਚਮੁੱਚ ਉਹ ਉਸ ਤੰਤਰ ਦਾ ਹਿੱਸਾ ਨੇ, ਕਿਤੇ ਉਹ ਉਸ ਤੰਤਰ ਦੇ ਵਿੱਚ ਕੋਈ ਸੰਨ ਲਾਉਣ ਦਾ ਯਤਨ ਤਾਂ ਨਹੀਂ ਕਰ ਰਿਹਾ। ਇਸ ਤਰੀਕੇ ਦੇ ਨਾਲ ਉਹਨਾਂ ਨੇ ਇੱਦਾਂ ਦੀਆਂ ਗੱਲਾਂ ਕੀਤੀਆਂ। ਇੱਕ ਕੇਸ ਬਿਲਕੁਲ ਨੌਜਵਾਨ ਦਾ ਆਇਆ, ਉਹਦੇ ਵਿੱਚ ਉੱਭਰ ਕੇ ਜੰਮੂ ਨਾਲ ਸੰਬੰਧਿਤ ਨੌਜਵਾਨ ਔਰ ਜੰਮੂ ਦੇ ਵਿੱਚ ਬੈਠ ਕੇ ਜਦੋਂ ਉਹ ਸਪਲਾਈ ਮੰਗਣ ਦੀ ਕੋਸ਼ਿਸ਼ ਕਰਦਾ, ਉਹ ਸਪਲਾਈ ਉਹਨੂੰ ਆ ਕੇ ਖਰੜ ਦੇ ਵਿੱਚ ਮਿਲਦੀ ਆ ਔਰ ਉਹ ਖਰੜ ਤੋਂ ਸਪਲਾਈ ਲੈ ਕੇ ਜੰਮੂ ਚਲਾ ਜਾਂਦਾ ਔਰ ਹਰ ਵਾਰ ਉਹਨੂੰ ਜਦੋਂ ਸਪਲਾਈ ਮਿਲਦੀ ਆ ਕਿਸੇ ਦੂਸਰੇ ਬੰਦੇ ਰਾਹੀਂ, ਕਿਸੇ ਦੂਸਰੇ ਚੈਨਲ ਰਾਹੀਂ ਮਿਲਦੀ ਹੈ। ਜੇ ਉਹ ਖਰੜ ਵੀ ਪਹੁੰਚ ਜਾਂਦਾ ਤਾਂ ਜ਼ਰੂਰੀ ਨਹੀਂ ਕਿ ਉਹਨੂੰ ਖਰੜ ਦੇ ਲੋਕੇਲ ਦੇ ਵਿੱਚ ਹੀ ਮਿਲੇਗੀ, ਉਹਨੂੰ ਦੁਬਾਰਾ ਫੋਨ ਕਰਕੇ ਕੋਈ ਕਹਿ ਦਿੰਦਾ ਕਿ ਨਹੀਂ ਤੁਸੀਂ ਕੁਰਾਲੀ ਆ ਜਾਓ ਜੀ, ਤੁਹਾਨੂੰ ਉੱਥੇ ਫਲਾਂ ਬੰਦਾ ਮਿਲੇਗਾ। ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਤਾਣਾ ਬਾਣਾ ਬੁਣ ਰੱਖਿਆ, ਲਾਜ਼ਮੀ ਤੌਰ ਤੇ ਇਸ ਤਾਣੇ ਬਾਣੇ ਨੂੰ ਤੋੜਨਾ ਸਰਕਾਰ ਦੇ ਲਈ ਔਖਾ ਵੀ ਹੋਏਗਾ। ਪਰ ਕਿਉਂਕਿ ਪੁਲਿਸ ਉਸ ਦੌਰ ਦੇ ਵਿੱਚ ਅਲੱਗ ਤਰ੍ਹਾਂ ਨਾਲ ਬਿਹੇਵ ਕਰਦੀ ਸੀ, ਜੇ ਪੁਲਿਸ ਸੱਚਮੁੱਚ ਇੰਨੀ ਵੱਡੀ ਪੱਧਰ ਦੇ ਉੱਤੇ ਇਨਵੋਲਵ ਹੈ ਜਿੰਨਾ ਉਹਨੂੰ ਦਿਖਾਇਆ ਜਾ ਰਿਹਾ, ਹੁਣ ਜਿਹੜੀਆਂ ਤਾਜ਼ਾ ਸਾਡੇ ਕੋਲੇ ਸੰਕੇਤਕ ਖਬਰਾਂ ਮਿਲ ਰਹੀਆਂ ਨੇ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਇਸ ਤਾਣੇ ਬਾਣੇ ਨੂੰ ਤੋੜਨਾ ਕੋਈ ਬਹੁਤ ਔਖਾ ਹੋਵੇਗਾ। ਪਰ ਇੱਕ ਗੱਲ ਦਾ ਸ਼ੰਕਾ ਫਿਰ ਵੀ ਬਣਿਆ ਰਹੇਗਾ ਕਿ ਵੱਡੀਆਂ ਮੱਛੀਆਂ ਨੂੰ ਹੱਥ ਪਾਉਣਾ ਇਹ ਕਾਫੀ ਦੂਰ ਦੀ ਗੇਮ ਹੋਏਗੀ। ਹੋ ਸਕਦਾ ਸਰਕਾਰ ਇਹਨੂੰ ਇੰਨਾ ਵੀ ਡਿਲੇ ਕਰ ਲਵੇ ਕਿ ਇਹਨੂੰ ਲੋਕ ਸਭਾ ਚੋਣਾਂ ਦੇ ਨੇੜੇ ਜਾ ਕੇ ਵਰਤਣ ਦਾ ਯਤਨ ਕਰੇ ਔਰ ਜੇ ਉਹਨੂੰ ਲੱਗੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੱਡੀਆਂ ਮੱਛੀਆਂ ਨੂੰ ਅਟੈਕ ਕਰਨਾ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਖਿਲਾਫ ਭੁਗਤ ਸਕਦਾ, ਹੋ ਸਕਦਾ ਉਹ ਇਹਨੂੰ ਇਸ ਤੋਂ ਵੀ ਗਾਹਾਂ ਡਿਲੇ ਕਰ ਲਵੇ। ਔਰ ਇਹ ਮਾਮਲਿਆਂ ਨੂੰ ਤੁਹਾਨੂੰ ਸਾਰੇ ਕੁਝ ਨੂੰ ਇੰਜ ਸਿੰਪਲ ਔਰ ਸਿੱਧਾ ਰਸਤਾ ਨਹੀਂ ਹੈ ਜਿਹਦੇ ਰਾਹੀਂ ਨਸ਼ਾ ਕੋਈ ਖਤਮ ਹੋਣ ਜਾ ਰਿਹਾ। ਆ ਬਹੁਤ ਟੇਢੇ ਰਾਹਾਂ ਤੋਂ ਸਰਕਾਰ ਨੂੰ ਗੁਜ਼ਰਨਾ ਵੀ ਪਏਗਾ, ਕਈ ਵਾਰੀ ਉਹਨੂੰ ਜਾਣ ਬੁੱਝ ਕੇ ਕੁਝ ਰਸਤਿਆਂ ਦੇ ਉੱਤੇ ਵਧਾਏ ਹੋਏ ਕਦਮ ਵਾਪਸ ਵੀ ਲੈਂਦੀ ਹੋਈ ਤੁਹਾਨੂੰ ਨਜ਼ਰ ਆਏਗੀ। ਇਹ ਕਾਫੀ ਕੁਝ ਅਸੀਂ ਇੱਕ ਦਿਲਚਸਪ ਕਹਿ ਲਓ ਪੂਰੇ ਸਮਾਜ ਦੇ ਵਿੱਚ ਇੱਕ ਦਿਲਚਸਪ ਕਿਸਮ ਦੀ ਫਿਲਮ ਬਣਦੀ ਦੇਖਾਂਗੇ, ਜਿਹੜੀ ਫਿਲਮ ਦੇ ਕਰੈਕਟਰ ਸਾਨੂੰ ਪਹਿਲਾਂ ਹੋਰ ਲੱਗਣਗੇ, ਬਾਅਦ ਦੇ ਵਿੱਚ ਹੋਰ ਤਰ੍ਹਾਂ ਦੇ ਨਜ਼ਰ ਆਉਣਗੇ। ਉਹਦੇ ਵਿੱਚ ਸਿੱਟ ਵੀ ਸ਼ਾਮਲ ਹੋ ਸਕਦੀ ਹੈ। ਅਸੀਂ ਇਹ ਨਾ ਮੰਨੀਏ ਕਿ ਸਿੱਟ ਬਣ ਜੇ ਤਾਂ ਸਾਰਾ ਤੰਤਰ ਇਮਾਨਦਾਰ ਹੋ ਜਾਂਦਾ, ਜਿਵੇਂ ਅੰਨਾ ਹਜ਼ਾਰੇ ਤੇ ਕੇਜਰੀਵਾਲ ਨੂੰ ਲੋਕਪਾਲ ਬਣਨ ਵਾਲੀ ਸਾਰੀ ਦੁਨੀਆ ਚੋਂ ਕਰਪਸ਼ਨ ਦੂਰ ਹੁੰਦੀ ਨਜ਼ਰ ਆ ਰਹੀ ਸੀ। ਬਿਲਕੁਲ ਜੀ, ਜੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਬਹੁਤ ਜ਼ਿਆਦਾ ਉਮੀਦ ਤਾਂ ਨਹੀਂ ਕੀਤੀ ਜਾ ਰਹੀ, ਕਿਉਂਕਿ ਜੇ ਮੈਂ ਥੋੜ੍ਹਾ ਜਿਹਾ ਪਿੱਛੇ ਝਾਤੀ ਮਾਰਾਂ, ਜਦੋਂ ਮੈਂ ਟਾਰਗੇਟ ਦੀ ਗੱਲ ਕਰਦਾ ਪੁਲਿਸ ਵੱਲੋਂ ਫਰਜ਼ੀ ਜਿਹੜੇ ਹੈਗੀਆਂ ਗ੍ਰਿਫਤਾਰੀਆਂ ਜਾਂ ਫਰਜ਼ੀ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਫਾਈਲਾਂ ਭਰਨ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਇਹਦੇ ਵਿੱਚ ਬੜੀ ਚੁਸਤ ਹੈ। 80ਵੇਂ ਤੇ 90 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਲਹਿਰ ਸੀ, ਖਾੜਕੂ ਲਹਿਰ ਸੀ, ਉਸ ਵੇਲੇ ਵੀ ਜਿਹੜਾ ਹੈ ਹਰ ਥਾਣਾ ਜਿਹੜਾ ਸੀ ਉਹ ਆਪਣੇ ਇਲਾਕੇ ਦੇ ਵਿੱਚ ਬੇਗੁਨਾਹਾਂ ਨੂੰ ਫੜ ਕੇ ਨੰਬਰ ਜਿਹੜਾ ਸੀ ਦਿਖਾਉਦਾ ਰਹਿੰਦਾ ਸੀ। ਉਹੀ ਹਥਿਆਰ ਜਿਹੜੇ ਸੀ ਚੱਕ ਕੇ ਇੱਕ ਪਾਸੇ ਫੋਟੋ ਖਿਚਾਈ ਜਾਂਦੀ ਸੀ, ਉਹੀ ਹਥਿਆਰ ਦੂਜੇ ਪਾਸੇ ਰੱਖ ਕੇ ਫਾਈਲਾਂ ਭਰਨੇ ਲਈ ਬਾਰ-ਬਾਰ ਉਹਨਾਂ ਹਥਿਆਰਾਂ ਨੂੰ ਘੁਮਾਇਆ ਜਾਂਦਾ ਸੀ ਔਰ ਇੱਕ ਬੰਦੇ ਨੂੰ ਤਾਂ ਕਈ ਵਾਰੀ ਕਈ ਲੋਕਾਂ ਨੇ ਮਾਰਿਆ ਹੋਇਆ। ਪੰਜਾਬ ਦੇ ਵਿੱਚ ਐਸੀਆਂ ਵੀ ਐਗਜ਼ਾਮਪਲਾਂ। ਪੰਜਾਬ ਪੁਲਿਸ ਬਹੁਤ ਆਲਾ ਹੈ ਇਸ ਮਾਮਲੇ ਦੇ ਵਿੱਚ, ਫਾਈਲਾਂ ਭਰਨ ਦੇ ਮਾਮਲੇ ਦੇ ਵਿੱਚ, ਆਪਣੇ ਟਾਰਗੇਟ ਪੂਰੇ ਕਰਨ ਦੇ ਮਾਮਲੇ ਵਿੱਚ। ਇਹੀ ਇੱਕ ਬਹੁਤ ਵੱਡਾ ਖਦਸ਼ਾ ਹੈ ਮੈਨੂੰ ਪੰਜਾਬ ਪੁਲਿਸ ਦੇ ਉੱਪਰ ਕਿ ਪੰਜਾਬ ਪੁਲਿਸ ਚਾਹੇ ਸਰਕਾਰ ਜੋ ਮਰਜ਼ੀ ਕਰੇ, ਖਾਨਾ ਪੂਰਤੀ ਜਿਹੜੀ ਹੈਗੀ ਹੈ ਕਾਗਜ਼ਾਂ ਦੇ ਵਿੱਚ ਜਾਂ ਲੋਕਾਂ ਨੂੰ ਦਿਖਾਉਣ ਦੇ ਵਿੱਚ ਜਿਹੜੀ ਹੈਗੀ ਹੈ ਕਰਨ ਤੋਂ ਕਦੀ ਵੀ ਕਸਰ ਨਹੀਂ ਛੱਡੇਗੀ। ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦੀ ਸਰਕਾਰ ਜਾਂ ਜਿਹੜੀ STF ਬਣੀ ਆ ਉਹ ਕਿੰਨੀ ਕੁ ਗੰਭੀਰਤਾ ਦੇ ਨਾਲ ਜਿਹੜੀ ਹੈ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਂਦੀ ਹੈ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਪੰਜਾਬ ਦੇ ਵਿੱਚ ਦੁਬਾਰਾ ਪੰਜਾਬ ਪੁਲਿਸ ਜਿਹੜੀ ਹੈਗੀ ਆ ਲੋਕਾਂ ਨੂੰ ਤੇ ਸਰਕਾਰ ਨੂੰ ਵੀ ਸਿਰਫ ਫਾਈਲਾਂ ਬਣਾ ਕੇ ਔਰ ਟਾਰਗੇਟ ਆਪਣੇ ਪੂਰੇ ਕਰਕੇ ਜਿਹੜੀ ਹੈਗੀ ਆ ਉਹ ਬੇਵਕੂਫ ਬਣਾਵੇ। ਗੱਲਬਾਤ ਕਰਾਂਗੇ ਜੀ ਹਾਈ ਕੋਰਟ ਦੇ ਜਿਹੜੇ ਆਰਡਰ ਆਏ ਨੇ, ਜਿਹੜੀ ਅਗਲੀ ਗੱਲਬਾਤ ਮੈਂ ਚਾਹਾਂਗਾ ਕਿ ਥੋੜਾ ਜਿਹਾ ਸਮਾਂ ਸਾਡੇ ਕੋਲ ਹੈਗਾ ਅਸੀਂ ਇਹ ਵੀ ਗੱਲ ਕਰੀਏ। ਪੰਜਾਬ ਦੇ ਵਿੱਚ ਆਪਾਂ ਪਤਾ ਹੀ ਹੈ ਕਿ ਜਿਹੜੀ ਇਸ ਵਾਰ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਆਈ ਹੈ ਜਾਂ ਠੇਕੇ ਹੈਗੇ ਨੇ ਉਸ
रुझान दे नाल जिहड़े हैगे आ वो ऑक्शन नहीं हुई, उन्हां दी नीलामी उदां नहीं हुई जिद्दां अक्सर पंजाब दे विच पहिलां अकाली सरकार दे वेले होया करदी सी। इस वार बहुत सारे ठेके जिहड़े हैगे उन्हां दे वास्ते कोई नीलामी देण भी नहीं आया। बड़ी हैरानी दी गल आ, आपां इहदे पिछे की तत्थ हो सकते हैं। मैं चाहांगा कि मेरे साथी पैनलिस्ट अपने इहदे उपर व्यू जरूर शेयर करन कि पंजाब दे विच इस वार जिहड़ी ठेकिਆਂ ਦੀ नीलामियां ਉਹਦੇ ਵਿੱਚ ਠੇਕੇਦਾਰਾਂ ਦਾ ਜਾਂ ਜਿਹੜੇ ਲੋਕ ਪਹਿਲਾਂ ਇਹ ਕੰਮ ਕਰਦੇ ਸ਼ਰਾਬ ਦਾ ਹਜ਼ਾਰਾਂ ਤੋਂ, ਔਰ ਠੇਕੇ ਜਿਹੜੇ ਹਰ ਸਾਲ ਆਪਾਂ ਅਕਾਲੀ ਸਰਕਾਰ ਵੇਲੇ ਦੇਖੇ ਕਿ ਵੱਧ ਕੇ ਅੱਗੇ ਜਾਂਦੇ ਸੀ, ਇਸ ਵਾਰ ਉਹਨਾਂ ਨੂੰ ਖਰੀਦਣ ਵਾਸਤੇ ਕੋਈ ਕਿਉਂ ਨਹੀਂ ਆ ਰਿਹਾ ਅੱਗੇ? ਪਰਮੀ ਜੀ। ਜੀ 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 ਪਰਮੀ। ਕੁਲਵੀਰ ਜੀ, ਇਹ ਜਿਹੜਾ ਇਸ ਵਾਰੀ ਜਿਹੜਾ ਇੱਕ ਨਵੇਂ ਤਰ੍ਹਾਂ ਦਾ ਇਸ਼ੂ ਇੱਕ ਨਿਕਲ ਕੇ ਆਇਆ ਕਿ ਨੀਲਾਮੀ ਕਿਉਂ ਨਹੀਂ ਹੋ ਰਹੀ ਹੈ, ਉਹਦੇ ਦੋ ਰੀਜ਼ਨ ਨੇ। ਉਹਦਾ ਇੱਕ ਮੇਨ ਰੀਜ਼ਨ ਇਹ ਹੈ, ਪੰਜਾਬ ਦੇ ਵਿੱਚ ਮੇਨ ਰੀਜ਼ਨ ਇਹ ਹੈ ਕਿ ਜਿਹੜੇ ਸ਼ਰਾਬ ਦੇ ਠੇਕੇ ਸੀਗੇ ਉਹ ਜ਼ਿਆਦਾਤਰ ਅਕਾਲੀ ਦਲ ਜਾਂ ਅਕਾਲੀ ਦਲ ਨਾਲ ਸੰਬੰਧਿਤ ਲੋਕਾਂ ਕੋਲ ਸੀਗੇ। ਵਿਕਰਮ ਮਜੀਠੀਆ ਦੇ ਕੋਲ ਸਭ ਤੋਂ ਵੱਡਾ ਸ਼ੇਅਰ ਸੀਗਾ, ਆਪਾਂ ਕਹਿ ਸਕਦੇ ਹਾਂ ਸਿੱਧਾ। ਹਾਂਜੀ ਹਾਂਜੀ, ਬਿਲਕੁਲ ਸਭ ਤੋਂ ਵੱਡਾ ਸ਼ੇਅਰ ਸੀ। ਔਰ ਇਸ ਵਾਰੀ ਇਹ ਜਿਹੜਾ ਟ੍ਰੈਂਡ ਆ ਉਹ ਇਸੇ ਕਰਕੇ ਸਾਹਮਣੇ ਆ ਰਿਹਾ ਕਿ ਸੁਖਬੀਰ ਬਾਦਲ ਵੱਲੋਂ ਹੀ ਇੰਸਟਰਕਸ਼ਨਸ ਇਸ਼ੂ ਕੀਤੀਆਂ ਗਈਆਂ ਸੀ ਕਿ ਕੋਈ ਵੀ ਅਕਾਲੀ ਦਲ ਜਾਂ ਅਕਾਲੀ ਦਲ ਨਾਲ ਸੰਬੰਧਿਤ ਜਿਹੜਾ ਬੰਦਾ ਹੈਗਾ ਉਹ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਦੇ ਵਿੱਚ ਹਿੱਸਾ ਨਹੀਂ ਲਏਗਾ, ਤਾਂ ਕਿ ਕੱਲ ਨੂੰ ਅਗਰ ਕਿਸੇ ਕਿਸਮ ਦੀ ਕੋਈ ਜਾਂਚ ਹੁੰਦੀ ਹੈ ਤਾਂ ਸਾਡੇ ਉੱਪਰ ਇਹ ਗੱਲ ਨਹੀਂ ਆਣੀ ਚਾਹੀਦੀ। ਔਰ ਇਹ ਮੇਰੀ ਇਸ ਗੱਲ ਦੀ ਪੁਸ਼ਟੀ ਸੁਖਬੀਰ ਬਾਦਲ ਦਾ ਬਿਆਨ ਕਰਦਾ ਜਿਹੜਾ ਅੱਜ ਦੀਆਂ ਅਖਬਾਰਾਂ ਦੇ ਵਿੱਚ ਛਪਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਕਾਂਗਰਸ ਗਵਰਨਮੈਂਟ ਜਿਹੜੀ ਹੈ ਉਹ ਸ਼ਰਾਬ ਦੇ ਠੇਕਿਆਂ ਦੇ ਨੂੰ ਨਿਲਾਮ ਕਰਨ ਦੇ ਵਿੱਚ ਨਾਕਾਮ ਰਹੀ ਹੈ। ਇੱਥੋਂ ਹੀ ਗਵਰਨਮੈਂਟ ਦੀ ਪਹਿਲੀ ਨਾਕਾਮੀ ਜਿਹੜੀ ਨਜ਼ਰ ਆਣੀ ਸ਼ੁਰੂ ਹੋ ਗਈ ਹੈ। ਸੋ ਇਹ ਸਾਡੇ ਦਰਸ਼ਕ ਇਹਦੇ ਬਾਰੇ ਜ਼ਿਆਦਾ ਸਿਆਣੇ ਨੇ, ਮੈਨੂੰ ਜ਼ਿਆਦਾ ਕੁਝ ਕਹਿਣ ਦੀ ਲੋੜ ਨਹੀਂ। ਦੂਸਰਾ ਇੱਕ ਰੀਜ਼ਨ ਜਿਹੜਾ ਸੀਗਾ ਕਿ ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਫੈਸਲਾ ਜਿਹੜਾ ਆਇਆ ਕਿ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ 500 ਮੀਟਰ ਦੇ ਏਰੀਆ ਦੇ ਵਿੱਚ ਕਿਸੇ ਵੀ ਕਿਸਮ ਦੀ ਸ਼ਰਾਬ ਜਿਹੜੀ ਨਹੀਂ ਵਰਤਾਈ ਜਾਏਗੀ, ਉੱਥੇ ਸ਼ਰਾਬ ਦੇ ਠੇਕੇ ਨਹੀਂ ਹੋਏਗੀ। ਹੁਣ ਇਹ ਵੀ ਇੱਕ ਰੀਜ਼ਨ ਜਿਹੜਾ ਰਿਹਾ ਕਿ ਇਸ ਵਾਰੀ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਜਿਹੜੀ ਆ ਉਹ ਕਈ ਜ਼ਿਲ੍ਹਿਆਂ ਦੇ ਵਿੱਚ ਘੱਟ ਆਈ ਹੈ। ਖਾਸ ਕਰ ਤੁਸੀਂ ਅਗਰ ਦੇਖੋ ਤਾਂ ਉਹ ਜ਼ਿਲ੍ਹੇ ਜਿਨ੍ਹਾਂ ਦੇ ਵਿੱਚੋਂ ਨੈਸ਼ਨਲ ਹਾਈਵੇ ਜਾਂ ਸਟੇਟ ਹਾਈਵੇ ਮੇਨ ਹਾਈਵੇ ਜਿਹੜੀ ਨਿਕਲਦੀ ਹੈ ਉਹ ਏਰੀਆ ਜਿਹੜਾ ਸਾਰਾ ਹੈਗਾ ਉਹਦੇ ਤੋਂ ਸ਼ਰਾਬ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਅਵੋਇਡ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਆਉਣ ਵਾਲੇ ਸਮੇਂ 'ਚ ਸਾਡਾ ਨੁਕਸਾਨ ਹੀ ਹੋਏਗਾ। ਹਰਿਆਣਾ ਦੇ ਵਿੱਚ ਵੀ ਇਹੀ ਚੀਜ਼ ਹੋਈ ਹੈ, ਚੰਡੀਗੜ੍ਹ ਦੇ ਵਿੱਚ ਵੀ ਇਹੋ ਚੀਜ਼ ਹੋਈ ਹੈ, ਪੰਜਾਬ ਦੇ ਵਿੱਚ ਵੀ ਇਹੀ ਚੀਜ਼ ਹੋਈ ਹੈ। ਜੀ ਜੀ ਬਿਲਕੁਲ। ਸੁਖਬੀਰ ਬਾਦਲ ਦਾ ਇੱਕ ਬਿਆਨ ਤੋਂ ਇੱਕ ਚੀਜ਼ ਤੇ ਸਿੱਧ ਹੁੰਦੀ ਹੈ ਕਿ ਉਹ ਦੋ ਤਰੀਕੇ ਨਾਲ ਵਾਰ ਕਰ ਰਿਹਾ। ਇੱਕ ਤਾਂ ਆਪਣੇ ਲੋਕਾਂ ਨੂੰ ਉਹ ਸ਼ਰਾਬ ਦੇ ਧੰਦੇ ਵਿੱਚ ਦੁਬਾਰਾ ਜਿਹੜਾ ਹੈ ਉਹ ਐਕਸਪੋਜ਼ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਦੂਸਰਾ ਜਿਹੜਾ ਹੈ ਪੰਜਾਬ ਸਰਕਾਰ ਜਿਹੜੀ ਕਿ ਸਭ ਤੋਂ ਵੱਡਾ ਰੈਵਨਿਊ ਜਿਹੜਾ ਹੈ ਉਹ ਸ਼ਰਾਬ ਦੀ ਵਿਕਰੀ ਤੋਂ ਪੰਜਾਬ ਦੇ ਵਿੱਚ ਆਉਂਦਾ, ਉਹ ਪੰਜਾਬ ਸਰਕਾਰ ਨੂੰ ਇੱਕ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਾਈਨੈਂਸ਼ੀਅਲ ਤੌਰ ਦੇ ਉੱਪਰ ਪ੍ਰੋਬਲਮ ਦੇਣ ਵਾਸਤੇ ਮੇਰਾ ਖਿਆਲ ਹੈ ਸੁਖਬੀਰ ਬਾਦਲ ਦੀ ਇੱਕ ਜਿਹੜੀ ਹੈਗੀ ਉਹਨੂੰ ਆਪਾਂ ਕਹਿ ਦਿੰਦੇ ਨੀਤੀ ਵੀ ਹੋ ਸਕਦੀ ਹੈ ਕਿ ਪੰਜਾਬ ਸਰਕਾਰ ਨੂੰ, ਜਿਹੜੀ ਕਾਂਗਰਸ ਸਰਕਾਰ ਹੈਗੀ ਆ, ਉਹਨੂੰ ਜਿਹੜਾ ਹੈ ਉਹ ਤਕਲੀਫ ਦੇ ਵਿੱਚ ਰੱਖਿਆ ਜਾਵੇ। ਪਰ ਇੱਕ ਚੀਜ਼ ਹੋਰ ਜਿਹੜੀ ਹੈਗੀ ਆ ਉਹ ਵੀ ਹੈ ਕਿ ਜਦੋਂ ਪਿਛਲੇ ਸਮੇਂ ਦੌਰਾਨ ਆਪਾਂ ਪਿਛਲੇ 10-15 ਸਾਲ ਤੋਂ ਦੇਖ ਰਹੇ ਹਾਂ, ਜਦੋਂ ਤੋਂ ਪੌਂਟੀ ਚੱਡਾ ਜਦੋਂ ਇਨਵੋਲਵ ਹੋਇਆ ਸੀ ਉਹਦਾ ਪੰਜਾਬ ਦੇ ਠੇਕਿਆਂ ਦੇ ਵਿੱਚ, ਔਰ ਜਦੋਂ ਤੋਂ ਬਿਕਰਮਜੀਤ ਮਜੀਠੀਆ ਇਨਵੋਲਵ ਹੋਈ ਸੀ, ਜਿਹੜਾ ਪੰਜਾਬ ਦੇ ਵਿੱਚ ਛੋਟੇ ਛੋਟੇ ਠੇਕੇਦਾਰਾਂ ਦਾ ਕਲਚਰ ਸੀ ਉਹ ਬਿਲਕੁਲ ਖਤਮ ਹੋ ਗਿਆ ਸੀ। ਇਹਨਾਂ ਲੋਕਾਂ ਨੇ, ਜਿਹੜੇ ਲੋਕਾਂ ਦੀਆਂ ਪਰਚੀਆਂ ਨਿਕਲ ਵੀ ਜਾਂਦੀਆਂ ਸੀ, ਉਹਨਾਂ ਲੋਕਾਂ ਦੇ ਕੋਲੋਂ ਵੀ ਇਹ ਠੇਕੇ ਜਿਹੜੇ ਹੈਗੇ ਜ਼ਬਰਦਸਤੀ ਇਹ ਜਿਹੜੇ ਹੈ ਆਪਣੇ ਕੋਲ ਲੈ ਲੈਂਦੇ ਸੀ, ਜਾਂ ਉਹਨਾਂ ਨੂੰ ਇੱਕ ਲਮਸਮ ਮਨੀ ਦੇ ਕੇ ਬਾਹਰ ਕਰ ਦਿੱਤਾ ਜਾਂਦਾ ਸੀ। ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਛੋਟਾ ਠੇਕੇਦਾਰ ਸੀ ਉਹ ਕਿਤੇ ਨਾ ਕਿਤੇ ਅੱਜ ਤੋਂ 10 ਸਾਲ ਪਹਿਲਾਂ ਹੀ ਖਤਮ ਹੋ ਗਿਆ ਸੀ ਔਰ ਸ਼ਰਾਬ ਦੇ ਧੰਦੇ ਤੋਂ ਬੜੀ ਦੂਰ ਹੋ ਗਿਆ ਸੀ। ਸੀਪੀ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਬਿਲਕੁਲ ਬੋਬੀ ਜੀ, ਇਹੀ ਇੱਕ ਮੇਨ ਰੀਜ਼ਨ ਹੈ ਜੋ ਮੈਂ ਦੇਖਦਾ, ਕਿਉਂਕਿ 10 ਸਾਲਾਂ ਦੇ ਵਿੱਚ ਜੋ ਹੋਇਆ, ਜੋ ਉੱਥੇ ਲਿਕਰ ਦਾ ਨੈਕਸਸ ਬਣਿਆ ਜਾਂ ਜੋ ਉੱਥੇ ਲਾਇਸੈਂਸ ਦੀ ਤੁਸੀਂ ਕਹੋ ਮਿਸਯੂਜ਼ ਕੀਤਾ ਗਿਆ, ਉਸ ਚੀਜ਼ ਨੂੰ ਇਸ ਵਾਰ ਜਿਹੜੀ ਤੁਸੀਂ ਆਕਸ਼ਨ ਹੋਈ ਹੈ ਉਹਦੇ ਨਾਲ ਕੋਰਿਲੇਟ ਕਰਕੇ ਦੇਖੋ ਤਾਂ ਬਿਲਕੁਲ ਇਹੀ ਨਤੀਜਾ ਨਿਕਲਦਾ ਹੈ ਕਿ ਹਰ ਇੱਕ ਠੇਕੇਦਾਰ ਨੇ ਜਾਂ ਹਰ ਇੱਕ ਠੇਕੇ ਵਾਲੇ ਨੇ ਆਪਣੇ ਆਪ ਨੂੰ ਉਸ ਆਕਸ਼ਨ ਤੋਂ ਦੂਰ ਰੱਖਿਆ। ਔਰ ਇਹਦਾ ਇੱਕ ਮੇਨ ਰੀਜ਼ਨ ਜਿਹੜਾ ਹਾਈ ਕੋਰਟ ਦਾ ਡਿਸੀਜਨ ਆਉਣਾ ਸੀਗਾ ਉਹ ਵੀ ਮੰਨਿਆ ਜਾਏਗਾ, ਕਿਉਂਕਿ ਹਾਈ ਕੋਰਟ ਨੇ ਜੋ ਡਿਸੀਜਨ ਦਿੱਤਾ ਹੈ ਕਿ 500 ਮੀਟਰ ਦੇ ਦਾਇਰੇ ਦੇ ਅੰਦਰ ਜਿਹੜੀ ਲਿਕਰ ਹੈ ਉਹ ਸਰਵ ਨਹੀਂ ਕੀਤੀ ਜਾਊਗੀ। ਔਰ ਤੁਸੀਂ ਦੇਖੋ ਇਹਦਾ ਜਿਹੜਾ ਪ੍ਰਭਾਵ ਪਿਆ ਉਹ ਹੋਟਲ ਇੰਡਸਟਰੀ ਦੇ ਉੱਪਰ ਬਹੁਤ ਜ਼ਿਆਦਾ ਪਿਆ, ਬਹੁਤ ਖਰਾਬ ਪਿਆ, ਕਿਉਂਕਿ ਜਿਹੜੇ ਉੱਥੇ ਇੰਪਲੋਈਜ਼ ਹੈਗੇ ਨੇ ਜਾਂ ਜਿਹੜੇ ਸਿੱਧੇ ਉਸ ਹੋਟਲ ਜਾਂ ਉਸ ਬਾਰ ਨਾਲ ਐਸੋਸੀਏਟ ਨੇ, ਉਹਨਾਂ ਦਾ ਜਿਹੜਾ ਅਨਐਮਪਲੋਇਮੈਂਟ ਹੋ ਗਈ ਹੈ, ਉਹ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਇੰਪੈਕਟ ਜਿਹੜਾ ਉਹ ਇਸ ਡਿਸੀਜਨ ਦਾ ਪਿਆ। ਔਰ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਹਾਈਵੇ ਦੇ ਉੱਪਰ ਜਿੰਨੇ ਵੀ ਪਿੰਡ ਜਾਂ ਜਿੰਨੇ ਵੀ ਟਾਊਨ ਆਉਂਦੇ ਸੀਗੇ ਉਹਨਾਂ ਦੇ ਵਿੱਚ ਜਿਹੜੀ ਠੇਕਿਆਂ ਦੀ ਨਿਲਾਮੀ ਹੋਈ ਹੈ ਬਿਲਕੁਲ 1083 ਐਸੇ ਠੇਕੇ ਜਾਂ ਬਾਰ ਬੰਦ ਹੋਣਗੇ ਹਾਈਵੇ ਦੀ ਨਵੀਂ ਰੂਲਿੰਗ ਦੇ ਮੁਤਾਬਿਕ। ਪੰਜਾਬ ਦੇ ਵਿੱਚ 1000 ਦੇ ਕਰੀਬ ਤੇ ਸਮਝ ਲਓ ਠੇਕਾ ਜਿਹੜਾ ਹੈਗਾ ਸਿੱਧਾ ਜਿਹੜਾ ਹੈਗਾ ਉਹ ਨਵੀਂ ਰੂਲਿੰਗ ਦੇ ਵਿੱਚ ਹੀ ਬੰਦ ਹੋਣ ਜਾ ਰਿਹਾ।
ਬੰਦ ਹੋਣ ਜਾ ਰਿਹਾ ਜੀ। 1068 ਠੇਕੇ ਜਿਹੜੇ ਬੰਦ ਹੋਣ ਜਾ ਰਹੇ ਨੇ, ਔਰ ਇਹਦਾ ਜਿਹੜਾ ਸਿੱਧਾ ਸਿੱਧਾ ਪ੍ਰਭਾਵ ਤੁਸੀਂ ਅਨਐਮਪਲੋਇਮੈਂਟ ਤੇ ਵੀ ਪਏਗਾ, ਔਰ ਸਭ ਤੋਂ ਵੱਡਾ ਜਿਹੜਾ ਇੰਪੈਕਟ ਹੈ ਉਹ ਗਵਰਨਮੈਂਟ ਦੇ ਰੈਵਨਿਊ ਦੇ ਉੱਪਰ ਪਏਗਾ। ਉਹ ਕਿਵੇਂ ਜਨਰੇਟ ਕਰਨਗੇ ਜਾਂ ਉਸ ਨੂੰ ਕਿਵੇਂ ਮੇਨਟੇਨ ਕਰਨਗੇ, ਇਹ ਇੱਕ ਬਹੁਤ ਵੱਡਾ ਕੁਐਸਚਨ ਹੈ ਪੰਜਾਬ ਸਰਕਾਰ ਦੇ ਉੱਪਰ। ਔਰ ਈਵਨ ਦੇਖੋ ਤੁਸੀਂ ਕਿ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਡੀ ਫਿਗਰ ਆਈ ਹੈ ਕਿ ਉੱਥੇ 9000 ਕਰੋੜ ਦਾ ਜਿਹੜਾ ਨੁਕਸਾਨ ਹੈ ਉਹ ਹੋਣ ਜਾ ਰਿਹਾ ਹੈ। ਸੋ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੀ ਰੂਲਿੰਗ ਨੇ ਬਹੁਤ ਇੰਪੈਕਟ ਪਾਇਆ ਇਸ ਆਕਸ਼ਨ ਪ੍ਰੋਸੈਸ ਦੇ ਵਿੱਚ ਜਾਂ ਇਸ ਪੂਰੇ ਦੇ ਪੂਰੇ ਸਿਸਟਮ ਦੇ ਵਿੱਚ। ਸੋ ਦੇਖਣ ਵਾਲਾ ਟਾਈਮ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਏਗਾ ਔਰ ਕਿਸ ਤਰ੍ਹਾਂ ਸੁਪਰੀਮ ਕੋਰਟ ਇਸ ਨੂੰ ਰਿਵਿਊ ਕਰਦਾ ਜਾਂ ਨਹੀਂ ਕਰਦਾ, ਕਿਉਂਕਿ ਇਸ ਚੀਜ਼ ਦਾ ਜਿਹੜਾ ਆਪੋਜੀਸ਼ਨ ਹੈ ਇਸ ਦੇ ਉੱਪਰ ਜਿਹੜੀ ਐਜੀਟੇਸ਼ਨਸ ਹੋ ਰਹੀ ਹੈ ਉਹ ਹਰ ਸ਼ਹਿਰ ਦੇ ਵਿੱਚ ਹੋ ਰਹੀ ਹੈ। ਕੱਲ ਵੀ ਚੰਡੀਗੜ੍ਹ ਦੇ ਵਿੱਚ ਹੋਟਲ ਇੰਡਸਟਰੀਜ਼ ਨੇ ਮਿਲ ਕੇ, ਹੋਟਲ ਐਸੋਸੀਏਸ਼ਨ ਨੇ ਮਿਲ ਕੇ ਇੱਕ ਐਜੀਟੇਸ਼ਨ ਕੀਤਾ, ਕੈਂਡਲ ਮਾਰਚ ਕੀਤਾ। ਸੋ ਬਹੁਤ ਅਜੀਬ ਜਿਹੀ ਸਿਚੁਏਸ਼ਨ ਦੇ ਵਿੱਚ ਖੜਾ ਕਰਤਾ ਸੁਪਰੀਮ ਕੋਰਟ ਦੇ ਇਸ ਡਿਸੀਜਨ ਨੇ। ਲੇਕਿਨ ਜੇ ਓਵਰਆਲ ਤੁਸੀਂ ਗੱਲ ਕਰੋ ਆਕਸ਼ਨ ਪ੍ਰੋਸੈਸ ਦੀ, ਇਸ ਵਾਰ ਪਹਿਲੀ ਵਾਰ ਹੋਇਆ ਆਈ ਥਿੰਕ, ਮੇਰੇ ਜ਼ਿਹਨ ਦੇ ਵਿੱਚ ਨਹੀਂ ਆਉਂਦਾ ਕੋਈ ਇਦਾਂ ਦੀ ਆਕਸ਼ਨ ਜਿਹਦੇ ਵਿੱਚ ਕਿ ਕਿਸੇ ਆਕਸ਼ਨ ਦੇ ਵਿੱਚ ਕੋਈ ਠੇਕੇਦਾਰ ਪਹੁੰਚੇ ਹੀ ਨਾ ਹੋਵੇ। ਸੋ ਅਜੀਬ ਜਿਹੀ ਸਿਚੁਏਸ਼ਨ ਦੇ ਵਿੱਚ ਪੰਜਾਬ ਇਸ ਵਾਰ ਗੁਜ਼ਰ ਰਿਹਾ ਹੈ, ਔਰ ਸਭ ਤੋਂ ਵੱਡਾ ਸੋਚਣ ਦਾ ਵਿਸ਼ਾ ਇਸ ਟਾਈਮ ਇਹੀ ਹੈ ਕਿ ਉਹ ਰੈਵਨਿਊ ਲਾਸ ਹੈ ਜਿਹੜਾ ਉਸ ਨੂੰ ਕਿਵੇਂ ਪੂਰਾ ਕੀਤਾ ਜਾਏ। ਸ਼ਬਦੀਪ ਜੀ, ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਠੇਕਿਆਂ ਦੀ ਨਿਲਾਮੀ ਉਸ ਤਰੀਕੇ ਨਾਲ ਨਹੀਂ ਹੋਈ। 2-3 ਕਾਰਨ ਜਿਹੜੇ ਹੈਗੇ ਨੇ ਸਾਡੇ ਸਾਹਮਣੇ ਆਏ ਨੇ, ਸਾਡੇ ਸਾਥੀ ਜਿਹੜੇ ਸਾਡੇ ਬੁਲਾਰੇ ਹੈਗੇ ਉਹਨਾਂ ਨੇ ਸਾਹਮਣੇ ਲੈ ਕੇ ਆਉਂਦੇ ਨੇ। ਜਦੋਂ ਨਵੀਂ ਐਕਸਾਈਜ਼ ਪਾਲਿਸੀ ਮਨਪ੍ਰੀਤ ਬਾਦਲ ਪਹਿਲੇ ਦਿਨ ਡਿਸਕਸ ਕਰ ਰਹੇ ਸੀ, ਉਹਨਾਂ ਨੇ ਕਿਹਾ ਸੀ ਅਸੀਂ 485 ਠੇਕੇ ਇਸ ਵਾਰੀ ਬੰਦ ਕਰਾਂਗੇ, ਹਰ ਸਾਲ ਜਿਹੜੇ ਹੈਗੇ ਉਹ 5% ਜਿਹੜੇ ਠੇਕੇ ਘਟਾਉਂਦੇ ਜਾਵਾਂਗੇ, ਔਰ ਜਿਹੜੀ ਸ਼ਰਾਬ ਦੀ ਜਿਹੜਾ ਲਾਇਸੈਂਸ ਦਾ ਕੋਟਾ ਹੈ ਉਹ ਵੀ ਘਟਾਉਂਦੇ ਜਾਵਾਂਗੇ। ਪਰ ਹਾਈ ਕੋਰਟ ਦੀ ਰੂਲਿੰਗ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ 485 ਜਿਹੜੇ ਠੇਕੇ ਹੈਗੇ ਸਰਕਾਰ ਨੇ ਬੰਦ ਕਰਨ ਦੀ ਗੱਲ ਕੀਤੀ ਸੀ। 1083 ਠੇਕੇ ਜਿਹੜੇ ਹੈਗੇ ਨਵੀਂ ਰੂਲਿੰਗ ਦੇ ਮੁਤਾਬਿਕ ਬੰਦ ਹੋ ਜਾਣਗੇ। 1500 ਦੇ ਕਰੀਬ ਆਪਾਂ ਮੰਨ ਕੇ ਚੱਲੀਏ ਕਿ ਠੇਕਾ ਜਿਹੜਾ ਹੈ ਬੰਦ ਹੋ ਜਾਏਗਾ, ਠੇਕਾ ਜਾਂ ਜੋ ਵੀ ਬਾਰ ਹੈ ਉਹ ਬੰਦ ਹੋ ਜਾਣੀ ਹੈ ਜੀ। ਔਰ ਪੰਜਾਬ ਦੇ ਵਿੱਚ ਇਹ ਮੰਗ ਵੀ ਕੀਤੀ ਜਾ ਰਹੀ ਸੀ ਕਿ ਠੇਕੇ ਜਿਹੜੇ ਹੈਗੇ ਸ਼ਰਾਬ ਦੇ ਘਟਾਏ ਜਾਣ, ਉਹਨਾਂ ਨੂੰ ਪਿੰਡਾਂ ਤੋਂ ਦੂਰ ਕੀਤਾ ਜਾਵੇ, ਉਹਨਾਂ ਨੂੰ ਈਜ਼ੀ ਅਪਰੋਚੇਬਲ ਨਾ ਰੱਖਿਆ ਜਾਵੇ। ਕੀ ਲੱਗਦਾ ਤੁਹਾਨੂੰ ਕਿ ਇਹ ਦੋਨੋਂ ਗੱਲਾਂ ਮਿਲਾ ਕੇ ਜਿਹੜਾ ਹੈ ਉਹ ਪੰਜਾਬ ਦੇ ਕਿਸੇ ਤਰੀਕੇ ਨਾਲ ਬੈਨੀਫਿਟ ਦੇ ਵਿੱਚ ਜਾਣਗੀਆਂ ਜਾਂ ਨਹੀਂ ਜਾਣਗੀਆਂ? ਕਿਉਂਕਿ ਪੰਜਾਬ ਦੇ ਵਿੱਚ ਸ਼ਰਾਬ ਦਾ ਚਲਨ ਜਿਹੜਾ ਹੈ ਉਹ ਬਹੁਤ ਜ਼ਿਆਦਾ, ਜਿੱਦਾਂ ਨਸ਼ਿਆਂ ਦਾ ਚਲਨ ਹੈ ਉੱਦਾਂ ਹੀ ਪੰਜਾਬ ਦੇ ਵਿੱਚ ਸ਼ਰਾਬ ਦਾ ਚਲਨ ਵੀ ਬਹੁਤ ਹੈ। ਕੀ ਉਹਦੇ ਉੱਪਰ ਫਰਕ ਪਏਗਾ? ਕਿਉਂਕਿ ਲੋਕ ਜਿਹੜੇ ਹੈਗੇ ਨੇ ਡੇਲੀ ਪੀਣ ਵਾਲੇ ਉਹ ਕਾਫੀ ਪਰੇਸ਼ਾਨ ਨੇ। ਔਰ ਦੂਸਰਾ ਮੈਂ ਚਾਹਾਂਗਾ ਕਿ ਤੁਹਾਡਾ ਵਿਊ ਕੀ ਹੈਗਾ ਕਿ ਪੰਜਾਬ ਦੇ ਵਿੱਚ ਇਸ ਵਾਰ ਲੋਕ ਠੇਕਿਆਂ ਦੀ ਨਿਲਾਮੀ ਤੇ ਕਿਉਂ ਨਹੀਂ ਆਏ? ਕੁਲਬੀਰ ਜੀ ਦੇਖੋ, ਇੱਕ ਤਾਂ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਇਹ ਗੱਲ ਚਲੇਗੀ ਕਿ ਲਗਭਗ 1500 ਠੇਕੇ ਤਾਂ ਕਿਸੇ ਨਾ ਕਿਸੇ ਕਾਰਨ ਵਸ ਨਿਆਂ ਪ੍ਰਬੰਧ ਨੇ ਹੀ ਰੁਕਵਾ ਦਿੱਤੇ। ਇਹਦੇ ਨਾਲ ਇੱਕਦਮ ਉਹ ਅੰਕੜਾ ਤਾਂ ਉਹਨਾਂ ਦੇ ਘਟਾ ਲੈਣ ਦੇ ਪੱਖ ਤੋਂ ਉਹਨਾਂ ਦੇ ਪੱਖ ਦੇ ਵਿੱਚ ਚਲਾ ਜਾਏਗਾ, ਜਦੋਂ ਫਾਈਨਲੀ ਜਾ ਕੇ ਅਸੀਂ ਸਰਕਾਰ ਨੂੰ ਜੱਜ ਕਰਾਂਗੇ ਕਿ ਉਹਨੇ ਲਿਕਰ ਮਾਮਲੇ ਦੇ ਵਿੱਚ ਆਬਕਾਰੀ ਨੀਤੀ ਦੇ ਵਿੱਚ ਕੀ ਕੀ ਤਬਦੀਲੀਆਂ ਕੀਤੀਆਂ। ਹਾਈ ਕੋਰਟ ਦੇ ਜਿਹੜੇ ਹੁਕਮ ਮੰਨ ਲੈਣ ਨਾਲ ਵੀ ਉਹਨਾਂ ਦੇ ਪੱਖ ਦੇ ਵਿੱਚ ਚਲੇ ਜਾਣਗੇ। ਦੂਜੀ ਜਿਹੜੀ ਰਾਜਨੀਤੀ ਜਾਂ ਰਣਨੀਤੀ ਸਰਕਾਰ ਨੇ ਅਪਣਾਈ ਹੈ ਉਹ ਇਹ ਹੈ ਕਿ ਹੌਲੀ ਹੌਲੀ ਠੇਕੇ ਘਟਾਉਂਦੇ ਜਾਣਾ ਔਰ ਦਾਰੂ ਨੂੰ ਪਹਿਲਾਂ ਦੇ ਮੁਕਾਬਲੇ ਮਹਿੰਗੀ ਕਰ ਦੇਣਾ, ਔਰ ਜਿਹੜਾ ਉਹ ਸਪਲਾਈ ਆ ਉਹਦੇ ਵਿੱਚ ਕੁਝ ਕੱਟ ਲਾ ਦੇਣਾ। ਔਰ ਦਾਰੂ ਨੂੰ ਮਹਿੰਗੀ ਕਰਨਾ, ਕੱਟ ਲਾਉਣਾ, ਇਹ ਦੋ ਚੀਜ਼ਾਂ ਦੇ ਨਾਲ ਠੇਕਿਆਂ ਦੀ ਗਿਣਤੀ ਘਟਾਉਣਾ, ਬਿਲਕੁਲ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਈਨਲੀ ਸਿੱਟਾ ਇਹੀ ਨਿਕਲੇਗਾ ਕਿ ਸਰਕਾਰ ਨੂੰ ਕਈ ਚੀਜ਼ਾਂ ਦੇ ਵਿੱਚ ਫਾਇਦਾ ਹੋਵੇਗਾ। ਪਰ ਇਹਦੇ ਐਨ ਉਲਟ ਜੇ ਅਸੀਂ ਫੌਰੀ ਤੌਰ ਦੇ ਉੱਤੇ ਦੇਖੀਏ ਤਾਂ ਸੁਖਬੀਰ ਸਿੰਘ ਬਾਦਲ ਦੀ ਇੱਕ ਸਟ੍ਰੈਟਜੀ ਕਾਫੀ ਹੱਦ ਤੱਕ ਸਫਲ ਰਹੀ। ਜੇ ਸੱਚਮੁੱਚ ਉਹਨਾਂ ਨੇ ਇਹਨਾਂ ਠੇਕਿਆਂ ਦੀ ਨਿਲਾਮੀ ਨੂੰ ਇਸ ਤਰੀਕੇ ਦੇ ਨਾਲ ਭੰਗ ਕਰ ਦਿੱਤਾ ਜਾਂ ਇਹਦੇ ਵਿੱਚ ਦਖਲਅੰਦਾਜ਼ੀ ਦੇ ਦਿੱਤੀ ਕਿ ਆਪਣੇ ਬੰਦੇ ਉਹਨਾਂ ਨੇ ਭੇਜੇ ਹੀ ਨਹੀਂ, ਤੇ ਔਰ ਇਸ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਠੇਕਿਆਂ ਦੀ ਨਿਲਾਮੀ ਜਿਹੜੀ ਪਹਿਲਾਂ ਬਹੁਤ ਉਤਸ਼ਾਹ ਨਾਲ ਹੁੰਦੀ ਸੀ ਉਹ ਉਤਸ਼ਾਹ ਨਾਲ ਨਹੀਂ ਹੋ ਸਕੀ। ਤੇ ਜਿਵੇਂ ਉਹ ਕਹਿ ਰਹੇ ਨੇ ਕਿ ਇਹ ਸਰਕਾਰ ਦੀ ਪਹਿਲੀ ਨਾਕਾਮੀ ਹੈ ਕਿ ਉਹ ਤਾਂ ਪੂਰੇ ਠੇਕਿਆਂ ਨੂੰ ਵੀ ਇੱਕ ਤਰੀਕੇ ਦੇ ਨਾਲ ਦੁਬਾਰਾ ਰੀਆਰਗੇਨਾਈਜ਼ ਨਹੀਂ ਕਰ ਸਕੀ। ਪਰ ਸਵਾਲ ਇਹ ਉੱਠਦਾ ਕਿ ਸੁਖਬੀਰ ਸਿੰਘ ਬਾਦਲ ਲਈ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਠੇਕਿਆਂ ਦੇ ਆਧਾਰ ਦੇ ਉੱਤੇ ਜੱਜ ਕੀਤੀ ਜਾਣੀ ਚਾਹੀਦੀ ਕਿ ਸੁਖਬੀਰ ਸਿੰਘ ਬਾਦਲ ਜਿਵੇਂ ਹੁਣ ਤੱਕ ਦਾਅਵੇ ਕਰਦੇ ਨੇ ਕਿ ਉਹਨਾਂ ਨੇ ਵਿਕਾਸ ਕੀਤਾ, ਉਹ ਕਿਸਾਨੀ ਦੇ ਬੜੇ ਹਾਮੀ ਨੇ, ਉਹ ਫਲਾਂ ਚੀਜ਼ਾਂ ਕੀਤੀਆਂ ਉਹਨਾਂ ਨੇ, ਕਿ ਉਹਨਾਂ ਨੇ ਸਰਕਾਰ ਨੂੰ ਜਿਹੜਾ ਨਾਕਾਮੀ ਦਾ ਪੈਮਾਨਾ ਵਾ ਉਹ ਠੇਕਿਆਂ ਦੇ ਰਾਹੀਂ ਸੈੱਟ ਕਰਨਾ
कि वो अपने आप ਨੂੰ सचमुच अपने मैनीफेस्टो के मुताबिक जो उन्होंने तैयार किया ਉਹਦੇ मुताबिक सरकार की नाकामी ਨੂੰ सैट करनगे ਜਾਂ सरकार ने जो अपना मैनीफेस्टो कांग्रेस ने किया उस मैनीफेस्टो ਦੀਆਂ ਜਿਹੜੀਆਂ ਮੱਦਾਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਰੱਦ ਕਰਨਗੇ। ਸੁਖਬੀਰ ਬਾਦਲ ਦੀ ਇਹ ਸਫਲਤਾ ਆਪਣੇ ਆਪ ਦੇ ਵਿੱਚ ਇੱਕ ਅਸਫਲਤਾ ਵਰਗੀ ਹੈ ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ बहुत शुरू तो कहते होंगे सी कि असी ठेके ठूके कोई बंद नहीं करने जा रहे, हाँ वध तो वध धार्मिक स्थानों तो दूरी वधा देंगे, ਜਿਹੜੀਆਂ सड़कों ने उन्होंने तो दूरी हाई कोर्ट के हुक्मां नाल ही ਵਧਣ जा रही है। और ये बावजूद वो जिस तरीके दे नाल ओपनली कहते सी कि असीं इदां दी कोई कार्रवाई नहीं करन जा रहे, जे वो असफल होए ने तो उन्हां दी असफलता नूं भी उन्ना ही नोट किया जाना चाहिए जिन्ना असीं हुण इत्थे इस प्रोग्राम दे विच नोट कर रहे हैं। जे समा हो गया कि असी जी गलबात है अज इत्थे ही खत्म करिए। दो मुद्दे असी डिस्कस किए कि एक तो कैप्टन सरकार वालों पंजाब दे विच नशे के नैक्सस नूं तोड़न वास्ते, नशे के तंत्र नूं तोड़न वास्ते जी कार्रवाई की जा रही है, वो शुरुआत तो ठीक लग रही है पर किधर नूं जांदी है, क्योंकि जिन्हां लोगों की शमूलीयत सब तो ज़्यादा सामने निकल के आई है वो पुलिस का तंत्र है, पुलिस प्रशासन है जिहदी सब तो ज़्यादा डिस्ट्रीब्यूशन दे विच नशे के डिस्ट्रीब्यूशन दे विच शमूलीयत सामने आई है। और इस करके जिहड़ी उम्मीद हैगी आ वो थोड़ी साडी जिहड़ी हैगी घटदी नज़र आ रही है। शक के घेरे विच कैप्टन साहब की सारी प्लैनिंग जिहड़ी है वो जांदी है, क्योंकि जिन्हां लोकां ने इस चीज़ नूं समाज दे विचों कड्ढना उही लोग तां इस चीज़ नूं समाज दे विच लैके आ रहे। इस करके उम्मीद जिहड़ी हैगी आ वो साडी थोड़ी घटदी नज़र आ रही है। पर समा दस्सेगा आउण वाले समय विच कैप्टन साहब किन्ने डेडिकेटेड ने अपने उन्हां वादियां दे उपर जिहड़े उन्होंने पंजाब के लोगों के नाल कीते। दूसरी असी गल कीती है कि पंजाब दे विच शराब के ठेकिਆਂ की नीलामी इस बारी जिहड़ी हैगी आ उन्नी उत्साहत नहीं रही जिन्नी हमेशा होंदी है। और बहुत सारे ठेके जिहड़े आ नहीं चढ़े और हाई कोर्ट की रूलिंग के मुताबिक पंजाब दे विचों करीब 1083 ठेके बंद होण जा रहे हैं। मेरे ख्याल नाल चंगी गल ये है कि पंजाब दे, क्योंकि बादल सरकार के समय पंजाब के हर पिंड दे विच ठेका खोल दिता गया सी, हर मोड़ के उपर ठेका खोल दिता गया सी। शायद उन्हां दी गिणती घटण दे नाल जिहड़ा अननैसेसरी तौर पर तुरिया जांदा बंदा भी शराब फड़ लैंदा सी, अगर उन्होंने थोड़ी बहुत मेहनत करके किते दूर जाके लियाउणी पैगी शायद कई घरां दे विच शांति जिहड़ी हैगी आ बण जाए, कई घर जिहड़े हैगे आ बर्बाद होणों बच जाण अगर शराब की खपत भी पंजाब दे विच घट जाए। इस उम्मीद दे नाल कि साढ़े दर्शकों को साड़ी ये कोशिश पसंद आई होगी। शबदीत जी, सीपी जी तो प्रमी जी मैं तुहाडा बहुत बहुत धन्नवादी हाँ, तो प्रोग्राम देख रहे सारे दर्शकों का भी बहुत धन्नवादी हाँ जी। दिओ इजाजत, सत श्री अकाल।